ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੇ BC ਦੇ ਵਿੱਚ ਜਿਵੇਂ ਅਸੀਂ ਦੇਖਿਆ ਕਿ ਅਸੀਂ ਫਲੈਟ ਕਰ ਰਹੇ ਹੈਗੇ ਆ ਕਰਵ ਨੂੰ COVID-19 ਦੀ ਨੂੰ, ਤੇ ਨਾਲ ਹੀ ਹੁਣ BC ਨੇ ਮੂਵਿੰਗ ਫਾਰਵਰਡ ਸਟ੍ਰੈਟਜੀ ਦੇ ਅਧੀਨ ਕੰਮਾਂ ਨੂੰ ਹੁਣ ਰੀਓਪਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਦੇ ਵਿੱਚ 4 ਲੈਵਲ ਦੱਸੇ ਗਏ ਨੇ ਉਹਨਾਂ ਵੱਲੋਂ। ਸੋ ਪਹਿਲੇ ਲੈਵਲ ਦੇ ਵਿੱਚ ਅਸੀਂ ਇਕੋਨਮੀ ਦੇ ਵਿੱਚ ਕੰਮ ਕਰ ਰਹੇ ਸੀ, ਪਰ 15 ਤਰੀਕ ਦੇ ਵਿੱਚੋਂ ਦੂਜਾ ਲੈਵਲ ਸਟਾਰਟ ਹੋ ਜਾਵੇਗਾ। ਸੋ ਕਿਵੇਂ ਇਹ ਰੀਓਪਨ ਹੋਵੇਗੀ ਇਕੋਨਮੀ, ਕਿਵੇਂ ਕੰਮ ਕਰੇਗੀ, ਕੀ ਕੁਝ ਅਪਡੇਟਸ ਨੇ। ਸੋ ਹਰੇਕ ਹਫਤੇ ਦੀ ਤਰ੍ਹਾਂ ਇਸ ਹਫਤੇ ਮੇਰੇ ਨਾਲ MLA ਜਗਰੂਪ ਬਰਾੜ ਨੇ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਅਪਡੇਟਸ। ਸੋ ਮਿਸਟਰ ਬਰਾੜ, ਸਵਾਗਤ ਹੈ ਤੁਹਾਡਾ। ਅਰਸ਼ੀ, ਤੁਹਾਡਾ ਤੇ ਸਾਂਝਾ ਟੀਵੀ ਦਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਮੌਕਾ ਦੇਣ ਵਾਸਤੇ ਜੀ। ਬਿਲਕੁਲ ਮਿਸਟਰ ਬਰਾੜ, ਜਿੱਦਾਂ ਅਸੀਂ ਗੱਲ ਕੀਤੀ ਹੈ ਕਿ BC ਦੀ ਇਕੋਨਮੀ ਬਹੁਤ ਵਧੀਆ ਕਰ ਰਹੀ ਸੀਗੀ ਪਹਿਲਾਂ ਵੀ, ਚਾਹੇ ਅਸੀਂ ਸ਼ਟਡਾਊਨ ਪੋਜੀਸ਼ਨ ਦੇ ਵਿੱਚ ਸੀਗੇ, ਪਰ ਫਿਰ ਵੀ ਹੁਣ ਜਿਹੜਾ ਥੋੜੀ ਕਰਕੇ ਜਿਹੜੀ ਅਰਥ ਵਿਵਸਥਾ ਹੈਗੀ ਆ, ਇਕੋਨਮੀ ਆ, ਉਹ ਖੋਲਣ ਦਾ ਪਲਾਨ ਦਿੱਤਾ ਗਿਆ ਹੈਗਾ। ਰੀਸਟਾਰਟ ਪਲਾਨ ਜਿਹੜਾ ਸਾਡੇ ਪ੍ਰੀਮੀਅਰ ਦੇ ਵੱਲੋਂ ਅਨਾਉਂਸ ਕੀਤਾ ਗਿਆ ਹੈਗਾ। ਸੋ ਅਪਡੇਟਸ ਕੀ ਨੇ ਉਹਦੇ ਬਾਰੇ? ਜੀ ਅਰਸ਼ੀ, ਜਿਹੜੀ BC ਦੀ ਇਕੋਨਮੀ ਹੈ, ਜਿਵੇਂ ਤੁਸੀਂ ਗੱਲ ਕੀਤਾ ਕਿ ਬੈਸਟ ਇਕੋਨਮੀ BC ਦੇ ਵਿੱਚ ਸੀਗੀ ਜਦੋਂ ਅਸੀਂ COVID-19 ਦੇ ਝੱਖੜ ਦੇ ਵਿੱਚ ਵੜੇ ਹਾਂ। ਇਸ ਕਰਕੇ ਅਸੀਂ ਬਹੁਤ ਸਟਰੋਂਗ ਪੋਜੀਸ਼ਨ ਦੇ ਵਿੱਚ ਹੈਗੇ ਹਾਂ ਕਿ ਇਸ ਜਿਹੜਾ ਔਖੇ ਸਮੇਂ ਨੂੰ ਕੱਢਣ ਵਾਸਤੇ BC ਦੇ ਲੋਕਾਂ ਦੇ ਲਈ। ਤੋਂ ਹੁਣ BC ਦੀ ਇਕੋਨਮੀ ਜਿਹੜੀ ਹੌਲੀ ਸੇਫਲੀ ਵਾਪਸ ਆ ਰਹੀ ਹੈ ਔਰ ਉਹਦੀ ਜਿੱਤ ਜਿਹੜੀ BC ਦੇ ਲੋਕਾਂ ਦੀ ਹੈ। ਕੱਲ ਜਿਹੜੇ BC ਦੇ ਸਾਡੇ ਪ੍ਰੀਮੀਅਰ ਨੇ ਪਰਸੋਂ ਮਾਨਯੋਗ ਜਿਹੜਾ ਜੌਨ ਹੌਰਗਨ ਸਾਹਿਬ ਨੇ ਐਲਾਨ ਕੀਤਾ ਕਿ BC ਦੀ ਇਕੋਨਮੀ ਦਾ ਜਿਹੜਾ ਹੌਲੀ ਸੇਫਲੀ ਉਹ ਖੋਲ੍ਹਿਆ ਜਾਏਗਾ। ਉਹਦੇ ਵਿੱਚ ਉਹਨਾਂ ਨੇ ਇੱਕ ਵਿਸ਼ੇਸ਼ ਗੱਲ ਇਹ ਕਹੀ ਹੈ ਕਿ ਇਹ BC ਦੇ ਲੋਕਾਂ ਦੇ ਜਿਹੜਾ ਸੈਕਰੀਫਾਈਸ ਕਰਕੇ ਹੀ ਹੋ ਰਿਹਾ ਕਿ ਅਸੀਂ ਜਿਹੜੀ COVID-19 ਦੀ ਕਰਵ ਹੈ ਉਹਨੂੰ ਅਸੀਂ ਫਲੈਟ ਕਰਕੇ ਬੈਂਡ ਕਰਨ ਦੇ ਵਿੱਚ ਕਾਮਯਾਬ ਹੋਏ, ਜਿਹਦੇ ਕਰਕੇ ਅਸੀਂ ਇਹ ਪਾਬੰਦੀਆਂ ਹੁਣ ਹੌਲੀ ਜਿਹੜੀਆਂ ਉਹਨਾਂ ਨੂੰ ਆਪਣਾ ਹਟਾਉਣ ਦੀ ਜਿਹੜੀ ਉਹ ਸ਼ੁਰੂ ਕਰ ਰਹੇ ਹਾਂ। ਤੇ ਉਹਦੇ ਵਿੱਚ ਹੀ ਮੋਟੇ ਤੌਰ ਦੇ ਉੱਤੇ ਉਹਨਾਂ ਨੇ ਜਿਹੜੀਆਂ 4 ਫੇਜ਼ਸ ਜਿਹੜੀਆਂ ਦਿੱਤੀਆਂ ਸਾਡੇ ਸਾਹਮਣੇ, ਔਰ ਉਹਦੇ ਵਿੱਚ ਜਿਹੜੀ ਉਹ ਕਹਿੰਦੇ ਪਹਿਲੀ ਫੇਜ਼ ਦੇ ਵਿੱਚ ਅਸੀਂ ਇਸ ਵੇਲੇ ਹੈਗੇ ਹਾਂ। BC ਦੇ ਲੋਕਾਂ ਲਈ ਚੰਗੀ ਖਬਰ ਇਹ ਹੈ ਜੀ ਕਿ ਜਦੋਂ ਅਸੀਂ ਜਿਹੜੀ COVID-19 ਦੇ ਅੰਦਰ ਵੜੇ ਹਾਂ, ਉਸ ਵੇਲੇ ਸ਼ੁਰੂ ਦੇ ਵਿੱਚ ਬਹੁਤ ਜ਼ਿਆਦਾ ਪ੍ਰੈਸ਼ਰ ਰਿਹਾ ਸਰਕਾਰ ਦੇ ਉੱਤੇ ਵੀ ਤੁਸੀਂ ਜਿਹੜਾ ਲੋਕਡਾਊਨ ਹੋਰ ਭਾਰੀ ਕਰੋ, ਪਰ ਅਸੀਂ ਉਹ ਲੋਕਡਾਊਨ ਉਹਨਾਂ ਭਾਰੀ ਕੀਤਾ ਨਹੀਂ। ਇਸ ਕਰਕੇ ਸਾਡੀ ਬਹੁਤ ਵੱਡਾ ਹਿੱਸਾ ਇਕੋਨਮੀ ਦਾ, ਜੇ ਅਸੀਂ ਮੁਕਾਬਲਾ ਕਰੀਏ ਬਾਕੀ ਸੂਬਿਆਂ ਦੇ ਨਾਲੋਂ, ਉਹ ਪਹਿਲਾਂ ਹੀ ਖੁੱਲ੍ਹਾ ਹੈ। ਮਿਸਾਲ ਦੇ ਤੌਰ ਦੇ ਉੱਤੇ ਐਸੈਂਸ਼ੀਅਲ ਸਰਵਿਸ ਤਾਂ ਹੈ ਹੀ ਹੈ, ਜਾਂ ਹੈਲਥ ਕੇਅਰ ਸੈਕਟਰ ਹੋਇਆ, ਜਿੰਨੀਆਂ ਵੀ ਲਾਅ ਐਨਫੋਰਸ ਏਜੰਸੀਜ਼ ਨੇ ਜਾਂ ਗਰੋਸਰੀ ਸਟੋਰਸ ਨੇ। ਪਰ ਉਸ ਤੋਂ ਇਲਾਵਾ BC ਦੀ ਕੰਸਟਰਕਸ਼ਨ ਟੋਟਲ ਖੁੱਲੀ ਹੈ ਜੀ। ਇਸ ਵੇਲੇ ਕੰਸਟਰਕਸ਼ਨ ਦੇ ਵਿੱਚ ਜਿਹੜੇ ਬਹੁਤ ਵੱਡੇ 2 ਮੈਗਾ ਪ੍ਰੋਜੈਕਟ ਨੇ, ਚਾਹੇ ਉਹ ਸਾਈਟ ਸੀ ਦਾ ਡੈਮ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਲੋਕ ਕੰਮ ਕਰਦੇ ਆ ਜੀ, ਉਹ ਜਾਰੀ ਹੈ। LNG ਦਾ ਪ੍ਰੋਜੈਕਟ ਉਹ ਜਾਰੀ ਹੈ, ਹਜ਼ਾਰਾਂ ਦੀ ਗਿਣਤੀ ਲੋਕ ਕੰਮ ਕਰਦੇ ਆ। ਸੋ ਕੰਸਟਰਕਸ਼ਨ ਜਾਰੀ ਹੈ। ਸਾਡੀ ਐਗਰੀਕਲਚਰ ਉਸੇ ਤਰੀਕੇ ਨਾਲ ਚੱਲ ਰਹੀ ਹੈ। ਬਾਹਰੋਂ ਅਸੀਂ ਵਰਕਰ ਵੀ ਐਕਸੈਪਟ ਕਰ ਰਹੇ ਹਾਂ। ਫੋਰੈਸਟਰੀ ਚੱਲ ਰਹੀ ਹੈ। ਸੋ ਬਹੁਤ ਵੱਡਾ ਹਿੱਸਾ ਚੱਲ ਰਿਹਾ ਤੇ ਅਸੀਂ ਉਸ ਫੇਜ਼ ਦੇ ਵਿੱਚ ਆ। ਔਰ ਕੁਝ ਬਿਜ਼ਨਸ ਲੋਕਾਂ ਦੇ ਜਿਹੜੇ ਉਹਨਾਂ ਨੂੰ ਹੁਕਮ ਨਹੀਂ ਦਿੱਤਾ ਗਿਆ ਸੀ ਬੰਦ ਕਰਨ ਵਾਸਤੇ। ਲੋਕਾਂ ਨੇ ਜਾਂ ਕਸਟਮਰ ਉਹਨੂੰ ਹਟ ਗਏ ਜਾਂ ਆਊਟ ਆਫ ਫੀਅਰ ਬੰਦ ਕੀਤੇ ਸੀ। ਮਿਸਾਲ ਦੇ ਤੌਰ ਤੇ ਕੁਝ ਰੀਟੇਲ ਸ਼ਾਪ ਸੀਗੀਆਂ ਜਿਹੜੀਆਂ ਆਪਣੇ ਆਪ ਬੰਦ ਹੋ ਗਈਆਂ ਸੀਗੀਆਂ, ਜਾਂ ਵਰਕਫੋਰਸ ਨੇ ਉਹ ਬੰਦ ਹੋ ਗਏ ਸੀ ਜਿਹਨਾਂ ਨੂੰ ਬੰਦ ਕਰਨ ਦਾ ਹੁਕਮ ਨਹੀਂ ਸੀ ਦਿੱਤਾ ਗਿਆ। ਉਹ ਇਸ ਫੇਜ਼ ਦੇ ਵਿੱਚ ਦੁਬਾਰਾ ਉਹ ਸ਼ੁਰੂ ਕਰ ਸਕਦੇ। ਇਹ ਫੇਜ਼ ਪਹਿਲੀ ਹੈ ਜੀ, ਔਰ ਇਹ ਚੱਲਣੀ ਹੈ ਜੀ ਮਈ ਦੇ ਅੱਧ ਤੱਕ। ਉਸ ਤੋਂ ਬਾਅਦ ਜਿਹੜੀ ਦੂਜੀ ਫੇਜ਼ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ। ਸੋ ਮਿਸਟਰ ਬਰਾੜ, ਜਿੱਦਾਂ ਤੁਸੀਂ ਦੱਸਿਆ ਕਿ ਪਹਿਲਾ ਫੇਜ਼ ਜਿਹੜਾ ਉਹਦੇ ਚ ਅਸੀਂ ਕੰਮ ਕਰ ਰਹੇ ਹੈਗੇ ਆ। ਸੋ BC ਦੀ ਇਕੋਨਮੀ ਇੰਨੀ ਬੰਦ ਨਹੀਂ ਹੋਈ ਸੀ। ਕੁਝ ਸਟੋਰ ਜਿਹੜੇ ਸੀ ਉਹ ਬੰਦ ਹੋ ਗਏ ਸੀ ਕਿਉਂਕਿ ਕਸਟਮਰ ਨਹੀਂ ਆ ਰਹੇ ਸੀਗੇ। ਸੋ ਹੁਣ ਦੂਜੇ ਫੇਜ਼ ਦੀ ਗੱਲ ਕਰੀਏ ਤਾਂ ਮਿਡ ਮਈ ਤੋਂ ਸ਼ੁਰੂ ਹੋ ਜਾਣੇ ਆ, 15 ਮਈ ਤੋਂ ਸ਼ੁਰੂ ਹੋ ਜਾਣਾ। ਕੀ ਕੁਝ ਉਸ ਦੇ ਦੌਰਾਨ ਖੁੱਲੇਗਾ ਹੁਣ? ਜੀ, ਜਿਹੜੀ ਸੈਕੰਡ ਫੇਜ਼ ਹੈ ਜੀ, ਦੂਜਾ ਪੜਾਅ ਜਿਹੜਾ ਇਕੋਨਮੀ ਖੋਲ੍ਹਣ ਦਾ, ਉਹਦੇ ਵਿੱਚ ਜਿਹੜੀ ਪਹਿਲੀ ਗੱਲ ਤਾਂ ਉਹ ਸ਼ੁਰੂ ਹੋਣ ਜਾ ਰਹੀ ਜੀ। ਲੌਂਗ ਵੀਕਐਂਡ ਹੈਗਾ ਵਿਕਟੋਰੀਆ ਡੇ ਤੋਂ ਬਾਅਦ, 18-19 ਤੋਂ ਬਾਅਦ ਜਿਹੜਾ ਉਹ ਸ਼ੁਰੂ ਹੋਣੀ ਸੈਕੰਡ ਜਿਹੜਾ ਉਹ ਦੂਜਾ ਪੜਾਅ। ਉਹਦੇ ਵਿੱਚ ਜਿਹੜੇ ਉਹ ਬਿਜ਼ਨਸ ਨੇ ਜਿਹੜੇ ਪ੍ਰੋਵਿੰਸ਼ੀਅਲ ਹੈਲਥ ਅਫੀਸਰ ਵੱਲੋਂ ਹੁਕਮ ਕਰਕੇ ਬੰਦ ਕਰ ਦਿੱਤੇ ਗਏ ਸੀ, ਉਹਨਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਗਈ ਹੈ। ਉਹਦੇ ਵਿੱਚ ਮੋਟੇ ਤੌਰ ਦੇ ਉੱਤੇ ਜਿਹੜੇ ਮੈਂ ਤੁਹਾਨੂੰ ਦੱਸ ਸਕਦਾ ਕਿ ਉਹਦੇ ਵਿੱਚ ਇੱਕ ਤਾਂ ਜਿਹੜੀਆਂ ਇਲੈਕਟਿਵ ਸਰਜਰੀ ਜਿਹੜੀਆਂ ਸੀਗੀਆਂ ਕੈਂਸਲ ਕੀਤੀਆਂ, ਪੋਸਟਪੋਨ ਕੀਤੀਆਂ ਸੀ, ਉਹ ਦੁਬਾਰਾ ਸ਼ੁਰੂ ਹੋ ਜਾਣਗੀਆਂ। ਉਹਦੇ ਵਿੱਚ ਜਿਹੜੇ ਬਾਕੀ ਜਿਹੜੇ ਹੈਲਥ ਕੇਅਰ ਨਾਲ ਸੰਬੰਧਿਤ ਜਿਹੜੇ ਪ੍ਰੋਫੈਸ਼ਨਲਸ ਨੇ, ਜਿਵੇਂ ਡੈਂਟਿਸਟਰੀ ਹੋਈ ਜਾਂ ਫਿਜ਼ੀਓਥੈਰੇਪੀ ਹੋਈ ਜਾਂ ਇਹਦੇ ਨਾਲ ਕੈਰੋਪ੍ਰੈਕਟਰਸ ਹੋਏ, ਇਨ ਪਰਸਨ ਸਰਵਿਸ ਜਿਹੜੀਆਂ ਮਿਲਦੀਆਂ, ਉਹ ਸਾਰੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ। ਇਹਦੇ ਨਾਲ ਜਿਹੜਾ ਕੁਝ ਰੀਟੇਲ ਦੇ ਬਿਜ਼ਨਸ ਜਿਹੜੇ ਹੈਗੇ ਉਹ ਵੀ ਨਾਨ ਅਸੈਂਸ਼ੀਅਲ ਜਿਹੜੇ ਉਹ ਸ਼ੁਰੂ ਹੋ ਸਕਣਗੇ, ਜਿਹਦੇ ਵਿੱਚ ਮਿਸਾਲ ਦੇ ਤੌਰ ਦੇ ਉੱਤੇ ਜਿਹੜੇ ਆਪਣੇ ਰੈਸਟੋਰੈਂਟਸ ਨੇ, ਇਹਦੇ ਵਿੱਚ ਜਿਹੜੇ ਆਪਣੇ ਸਪਾ ਨੇਗੇ, ਉਹਦੇ ਵਿੱਚ ਜਿਹੜੇ ਬਾਰਬਰ ਸ਼ਾਪਸ ਨੇ, ਇਹ ਜਿਹੜੀਆਂ ਹੋ ਸਕਦੀਆਂ। ਤੇ ਵਿਧਾਨ ਸਭਾ ਦਾ ਸੈਸ਼ਨ ਹੈ ਜੀ, ਉਹ ਵਾਪਸ ਬੁਲਾਇਆ ਜਾਊਗਾ। ਪਰ ਮੈਂ ਇਹਦੇ 'ਚ ਇਹ ਗੱਲ ਜ਼ਰੂਰੀ ਦੱਸਣੀ ਚਾਹੁੰਦਾ ਕਿ
ਇਹਨਾਂ ਨੂੰ ਖੋਲਣ ਵਾਸਤੇ ਇਹਨੇ ਵੀ ਇਹ ਜਾ ਕੇ ਉਸ ਦਿਨ ਜਿੱਦਾਂ ਲਾ ਖੋਲ ਕੇ ਤੇ ਇਹ ਆਪਣਾ ਕੰਮ ਸ਼ੁਰੂ ਕਰ ਸਕਦਾ ਜਿਵੇਂ ਪਹਿਲਾਂ ਕੰਮ ਚੱਲਦਾ ਸੀ। ਪਹਿਲਾਂ ਨਾਲੋਂ ਵੱਖਰੀ ਕਿਸਮ ਦਾ ਜਿਹੜਾ ਇਹ ਕੰਮ ਚੱਲਣਾ ਜੀ। ਇਹਦੇ ਵਿੱਚ ਜਿਹੜੀ ਉਹਨਾਂ ਨੂੰ ਜਿਹੜੀ ਇੱਕ ਤਾਂ ਸਾਡੀ ਪ੍ਰੋਵਿੰਸ਼ੀਅਲ ਹੈਲਥ ਆਫੀਸਰ, ਦੂਜਾ ਜਿਹੜਾ ਸਾਡੀ BC ਜਿਹੜਾ WCB ਡਿਪਾਰਟਮੈਂਟ ਹੈਗਾ, ਉਹਦੇ ਨਾਲ ਮਿਲ ਕੇ ਜਿਹੜੇ ਹਰ ਸੈਕਟਰ ਨੂੰ ਆਪਣੀ ਪਲਾਨ ਬਣਾਉਣੀ ਪੈਣੀ ਹੈ। ਉਹ ਪਲਾਨ ਬਣਾ ਕੇ ਜਦੋਂ ਪਲਾਨ ਅਪਰੂਵ ਹੁੰਦੀ ਹੈ ਉਹਦੇ 'ਚ ਮੇਕ ਸ਼ੋਰ ਕੀਤਾ ਜਾਊਗਾ ਕਿ ਜਿਹੜੇ ਕਸਟਮਰਜ਼ ਨੇ ਤੇ ਸਟਾਫ ਹੈ ਉਹਨਾਂ ਦੀ ਮੁਕੰਮਲ ਸੇਫਟੀ ਹੋਵੇ। ਉਸ ਪਲਾਨ ਨੂੰ ਬਣਨ ਤੋਂ ਬਾਅਦ ਹੀ ਜਿਹੜਾ ਉਹਨਾਂ ਨੂੰ ਸ਼ੁਰੂ ਕੀਤਾ ਜਾ ਸਕਦਾ, ਔਰ ਸ਼ੁਰੂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਜਿਹੜਾ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਦੇ ਗਾਈਡਲਾਈਨ ਦੇ ਨਾਲ ਕੰਪਲਾਇੰਸ ਦੇ ਵਿੱਚ ਰਹਿਣਾ ਪਊਗਾ। ਜਿਹੜੀਆਂ ਵਰਕਸ਼ੇਪ ਵੱਲੋਂ ਜਿਹੜੀਆਂ ਕੀਤੀਆਂ ਗਈਆਂ ਗਾਈਡਲਾਈਨਸ ਨੇ ਉਹ ਮੰਨ ਕੇ ਚੱਲਣਾ ਪਊਗਾ। ਦੂਜੇ ਪੜਾਅ ਦੀ ਅਸੀਂ ਗੱਲ ਕੀਤੀ ਹੈ, ਪਰ ਹੁਣ ਕਈ ਸਰਵਿਸਿਜ਼ ਇਦਾਂ ਦੀਆਂ ਨੇ ਕਿ ਤੁਹਾਨੂੰ ਫਿਜ਼ੀਕਲ ਜਿਹੜਾ ਹੋ ਜਾਣਾ ਉਹਦੇ ਲਈ ਲਾਜ਼ਮੀ ਹੋ ਜਾਂਦਾ। ਜਿਵੇਂ ਹੁਣ ਅਸੀਂ ਬਿਊਟੀਸ਼ੀਅਨਸ ਦੀ ਗੱਲ ਕਰ ਲਈਏ, ਅਸੀਂ ਬਾਰਬਰ ਸ਼ਾਪਸ ਦੀ ਗੱਲ ਕਰ ਲਈਏ, ਸਪਾਸ ਦੀ ਗੱਲ ਕਰ ਲਈਏ, ਫਿਜ਼ੀਓਥੈਰੇਪੀ ਦੀ ਗੱਲ ਕਰ ਲਈਏ। ਸੋ ਇਹ ਦੂਜੇ ਪੜਾਅ ਦੇ ਅੰਦਰ ਆਉਂਦੀਆਂ ਕਿ ਇਸ ਦੇ ਲਈ ਤੀਜਾ ਪੜਾਅ ਵੀ ਅੱਗੇ ਆਵੇਗਾ? ਇਹ ਜੀ ਫਿਲਹਾਲ ਜਿਹੜੀਆਂ ਦੂਸਰੇ ਪੜਾਅ ਦੇ ਵਿੱਚ ਦੱਸੀਆਂ ਗਈਆਂ ਜੀ, ਜਿਹੜੀਆਂ ਜਿੱਥੇ ਪਰਸਨਲ ਸਰਵਿਸਿਜ਼ ਮਿਲਣੀਆਂ, ਪਰ ਐਟ ਦੀ ਸੇਮ ਟਾਈਮ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਕਿ ਇਹਦੇ 'ਚ ਉਹਨਾਂ ਨੂੰ ਪਲਾਨ ਪੇਸ਼ ਕਰਨੀ ਪੈਣੀ ਹੈ ਸਾਡੀ ਵਰਕਸੇਪ ਦੇ ਨਾਲ ਮਿਲ ਕੇ। ਵਰਕਸੇਪ BC ਸਰਕਾਰ ਦਾ ਡਿਪਾਰਟਮੈਂਟ ਹੈ ਜਿਹਦੀ ਜ਼ਿੰਮੇਵਾਰੀ ਹੈ ਕਿ ਵਰਕ ਪਲੇਸ ਨੂੰ ਸੇਫ ਬਣਾ ਕੇ ਰੱਖਣਾ। ਸੋ ਇਸ ਸਮੇਂ ਦੇ ਵਿੱਚ ਜਿਹੜਾ ਵਰਕਸੇਪ ਹੈਗਾ ਜੀ, ਉਹ ਗਾਈਡਲਾਈਨ ਸੈਕਟਰ ਬਾਈ ਸੈਕਟਰ ਜਿਹੜੀਆਂ ਬਾਰਬਰ ਸ਼ਾਪ ਦੀਆਂ ਗਾਈਡਲਾਈਨ ਕੀ ਹੋਣਗੀਆਂ, ਜਾਂ ਸਪਾ ਦੀਆਂ ਕੀ ਹੋਣਗੀਆਂ, ਜਾਂ ਕੋਈ ਹੋਰ ਬਿਜ਼ਨਸ ਖੋਲ੍ਹਦਾ ਉਹਦੀਆਂ ਕੀ ਹੋਣਗੀਆਂ। ਹਰ ਸੈਕਟਰ ਵੱਖਰਾ ਹੈਗਾ, ਉਹਦੀਆਂ ਵੱਖਰੀਆਂ ਲੋੜਾਂ ਨੇ, ਵੱਖਰੀ ਉਹਦੀ ਫਿਜ਼ੀਕਲ ਲੋਕੇਸ਼ਨ ਤੇ ਉਹਦੀ ਸਪੇਸ ਵੱਖਰੀ ਹੈ। ਸੋ ਇਸ ਕਰਕੇ ਉਹਦੇ ਮੁਤਾਬਕ ਹੋਣਗੀਆਂ। ਉਹ ਬਣਨ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਕੰਮ ਚਲਾ ਸਕਣਗੇ, ਜਦੋਂ ਉਹਨਾਂ ਦੀ ਪਲਾਨ ਜਿਹੜੀ ਹੈਗੀ ਦੋਨੇ ਧਿਰਾਂ ਨੂੰ ਜਿਹੜੀ ਐਕਸੈਪਟੇਬਲ ਹੋਵੇ ਉਹ ਮੰਨੀ ਜਾਵੇ, ਔਰ ਉਹਨਾਂ ਨੂੰ ਉਹ ਪਲਾਨ ਦੀ ਕਾਪੀ ਹੈ ਜਿਹੜੀ ਉਹ ਹਰ ਬਿਜ਼ਨਸ ਦੇ ਬਾਹਰ ਲਾਉਣੀ ਪਊਗੀ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਵੀ ਇਹਦੀ ਪਲਾਨ ਹੈ ਕੀ। ਉਸ ਤੋਂ ਬਾਅਦ ਹੀ ਚੱਲ ਸਕਣਗੇ। ਇਸ ਵੇਲੇ ਉਹਨਾਂ ਨੂੰ ਫੇਜ਼ 2 ਦੇ ਵਿੱਚ ਪਾਇਆ ਹੋਇਆ, ਲੇਕਿਨ ਜੇ ਉਹ ਖੁਦਾ ਨਾ ਖਾਸਤਾ ਉਹਦੀ ਤਿਆਰੀ ਉਸ ਤਰ੍ਹਾਂ ਦੀ ਨਹੀਂ ਹੁੰਦੀ ਤਾਂ ਉਹ ਡਿਲੇ ਵੀ ਹੋ ਸਕਦਾ। ਜਿੰਨੀ ਦੇਰ ਤੱਕ ਪਬਲਿਕ ਸੇਫਟੀ ਨੂੰ ਬਰਕਰਾਰ ਰੱਖਣ ਵਾਸਤੇ ਉਹਨੂੰ ਜ਼ਰੂਰੀ ਨਹੀਂ ਬਣਾਇਆ ਜਾ ਸਕਦਾ, ਉਨੀ ਦੇਰ ਤੱਕ ਉਹਨਾਂ ਨੂੰ ਖੋਲਿਆ ਨਹੀਂ ਜਾ ਸਕਦਾ। ਜਿੱਦਾਂ ਸਾਡੇ ਪ੍ਰੋਵਿੰਸ਼ੀਅਲ ਆਫੀਸਰ ਹੈਗੇ ਨੇ ਬੋਨੀ ਹੈਨਰੀ, ਉਹਨਾਂ ਨੇ ਕਿਹਾ ਸੀ ਕਿ ਜੂਨ ਦੇ ਤੱਕ ਉਹ ਐਕਸਪੈਕਟ ਕਰਦੇ ਹੈਗੇ ਕਿ ਅਸੀਂ ਕੋਈ ਵੀ ਕੇਸ ਨਾ ਦੇਖੀਏ। ਫਿਲਹਾਲ ਸਾਡੇ ਕੋਲ ਜਿਹੜੇ ਕੇਸ ਹੈਗੇ ਉਹ ਆ ਰਹੇ ਹੈਗੇ ਨੇ, ਡੈਥਸ ਵੀ ਹੋ ਰਹੀਆਂ ਨੇ, ਪਰ ਜਿਹੜੀ ਇਕੋਨਮੀ ਖੋਲਣੀ ਆ ਉਹ ਜ਼ਰੂਰੀ ਹੋ ਜਾਂਦੀ ਹੈ। ਸੋ ਨੈਕਸਟ ਜੇ ਹੁਣ ਤੁਸੀਂ ਕਿਹਾ ਕਿ ਵਰਕਸੇਪ BC ਦੇ ਨਾਲ ਰਲ ਕੇ ਉਹਨਾਂ ਨੇ ਗਾਈਡਲਾਈਨਸ ਦੇਣੀਆਂ ਨੇ, ਪਰ ਜੇ ਉਹ ਨਹੀਂ ਪ੍ਰੂਵ ਹੁੰਦੇ ਤਾਂ ਬਿਜ਼ਨਸ ਅੱਗੇ ਜਾ ਕੇ ਨਹੀਂ ਖੁੱਲ ਸਕਣਗੇ। ਸੋ ਉਸ ਤੋਂ ਬਾਅਦ ਵੀ ਉਹਨਾਂ ਬਿਜ਼ਨਸਿਸ ਦੀ ਚੈਕਿੰਗ ਹੋ ਸਕਦੀ ਹੈ ਕਿਸੇ ਵੀ ਟਾਈਮ ਦੇ ਉੱਤੇ ਕਿ ਉਹ ਗਾਈਡਲਾਈਨ ਫੋਲੋ ਕਰ ਰਹੇ ਨੇ ਜਾਂ ਨਹੀਂ ਕਰ ਰਹੇ। ਉਹਨਾਂ ਲਈ 2 ਸ਼ਰਤਾਂ ਬੜੀਆਂ ਜ਼ਰੂਰੀ ਹੋਣਗੀਆਂ ਜੀ। ਇੱਕ ਤਾਂ ਜਿਹੜੇ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਦੀਆਂ ਗਾਈਡਲਾਈਨਸ, ਜਿਹਦੇ ਵਿੱਚ ਮੋਟੇ ਤੌਰ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੇ ਜਿਹੜੇ ਲਗਾਤਾਰ ਉਹ ਕਰ ਰਹੇ ਕਿ 6 ਫੁੱਟ ਦਾ ਜਿਹੜਾ ਫਿਜ਼ੀਕਲ ਡਿਸਟੈਂਸ ਹੋਣੀ ਚਾਹੀਦੀ ਜਿੱਥੇ ਪੋਸੀਬਲ ਹੋਵੇ। ਕਈ ਰੀਟੇਲ ਦੇ ਉੱਤੇ ਪੋਸੀਬਲ ਨਹੀਂ ਹੋਣੀ, ਉੱਥੇ ਫਿਰ ਅਦਰ ਆਪਸ਼ਨਸ ਹੈਗੀਆਂ। ਦੂਸਰੀ ਹੈਗੀ ਉਸ ਤੋਂ ਬਾਅਦ ਜੇ 6 ਫੁੱਟ ਦੇ ਉਹ ਨਹੀਂ ਅਵੇਲੇਬਲ ਤਾਂ ਫਿਰ ਉੱਥੇ ਜਿਹੜੀਆਂ ਮਕੈਨੀਕਲ ਜਿਹੜੀਆਂ ਚੇਂਜਸ ਕੀਤੀਆਂ ਜਾਣ, ਜਿਵੇਂ ਪਲੈਕਸੀ ਗਲਾਸ ਵਗੈਰਾ ਲਾ ਕੇ ਜਿਹੜੀ ਪਾਰਟੀਸ਼ਨ ਕਰ ਦਿੱਤੀ ਜਾਵੇ ਕਸਟਮਰ ਤੇ ਜਿਹੜਾ ਸਟਾਫ ਦੇ ਦਰਮਿਆਨ, ਤਾਂ ਕਿ ਜਿਹੜੀ ਟਰਾਂਸਮਿਸ਼ਨ ਜਿਹੜੀ ਉਹ ਨਾ ਹੋ ਸਕੇ। ਉਸ ਤਰ੍ਹਾਂ ਦੀ ਹੈ। ਫਿਰ ਜਿਹੜਾ ਕਸਟਮਰ ਦਾ ਨੰਬਰ ਲਿਮਟ ਕਰ ਦੇਣਾ ਕਿ ਅੰਦਰ ਇੱਕ ਸਮੇਂ 1 ਜਾਂ 2 ਜਿਹੜੇ ਹਿਸਾਬ ਨਾਲ ਕਪੈਸਿਟੀ ਹੈਗੀ ਉਹਨੇ ਬੰਦੇ ਹੀ ਜਾਂ ਔਰਤਾਂ ਆ ਸਕਦੀਆਂ ਹਨ। ਇਸੇ ਤਰੀਕੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਉਸ ਤਰ੍ਹਾਂ ਦੀਆਂ ਥਾਵਾਂ ਦੇ ਉੱਤੇ ਤੁਸੀਂ ਜਿਹੜਾ ਹੋਮਮੇਡ ਜਿਹੜਾ ਨਾਨ ਸਰਜੀਕਲ ਮਾਸਕ ਹੈ ਉਹ ਵੀ ਉੱਥੇ ਪਹਿਨਿਆ ਜਾ ਸਕਦਾ। ਤੇ ਹਰ ਵਰਕ ਪਲੇਸ ਵਾਸਤੇ ਡਿਫਰੈਂਟ ਸੋਲੂਸ਼ਨ ਹੋਣਗੇ। ਇਹ ਜਿਹੜੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਾਵਧਾਨੀਆਂ ਉਹ ਇੱਕ ਚੀਜ਼ ਹੈ। ਉਸ ਤੋਂ ਬਾਅਦ ਵਰਕਸੇਪ ਨੇ ਤੁਹਾਨੂੰ ਹੋਰ ਬੜੀਆਂ ਡਾਇਰੈਕਟ ਜਿਹੜੀਆਂ ਹੈਗੀਆਂ ਗਾਈਡਲਾਈਨ ਦੇਣੀਆਂ ਕਿ ਵੀ ਆਹ ਹੋਣੀਆਂ, ਉਹ ਦੋਨਾਂ ਨੂੰ ਮੰਨ ਕੇ ਚੱਲਣਾ ਪੈਣਾ। ਜੇ ਕੋਈ ਵੀ ਜਿਹੜਾ ਸ਼ਾਪ ਹੈ ਉਹਦੀ ਕੁਤਾਹੀ ਕਰਦਾ ਤਾਂ ਉਹਦੇ ਤੇ ਫੇਰ ਆਰਡਰ ਹੋ ਸਕਦੇ ਆ ਉਹਨੂੰ ਬੰਦ ਕਰਨ ਦੇ। ਜਿਵੇਂ ਹੁਣ ਅਸੀਂ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰ ਲਈਏ, ਸਿਨੇਮਾਸ ਦੀ ਗੱਲ ਕਰ ਲਈਏ, ਸੋ ਉਹ ਕਿਹੜੇ ਫੇਜ਼ ਦੇ ਅੰਦਰ ਆਉਣਗੇ? ਫੇਜ਼ 2 ਤੋਂ ਬਾਅਦ ਜਿਹੜੀ ਆਪਾਂ ਗੱਲ ਕੀਤੀ ਉਦੋਂ ਬਾਅਦ ਹੁੰਦੀ ਜੀ ਫੇਜ਼ 3। ਫੇਜ਼ 3 ਜਿਹੜੀ ਉਹ ਹੁੰਦੀ ਜੀ ਜੂਨ ਤੋਂ ਸ਼ੁਰੂ ਹੋ ਕੇ ਸਤੰਬਰ ਤੱਕ ਉਹਦਾ ਜਿਹੜਾ ਸਮਾਂ ਹੈ ਜੀ, ਇਸ ਸਮੇਂ ਦੇ ਦਰਮਿਆਨ ਜਿਹੜੀ ਫੇਜ਼ 3 ਨੂੰ ਉਹ ਜਿਹੜੇ ਜਿੰਨੇ ਬਿਜ਼ਨਸ ਉਹਦੇ ਵਿੱਚ ਹੈਗੇ ਆ ਹੋਰ ਬਿਜ਼ਨਸ ਖੋਲ੍ਹੇ ਜਾ ਸਕਦੇ ਆ। ਪਰ ਉਹਦੇ ਵਿੱਚ ਇੱਕ ਜਿਹੜੀ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਵੱਲੋਂ ਚੇਤਾਵਨੀ ਹੈਗੀ ਸਾਨੂੰ ਸਾਰਿਆਂ ਨੂੰ, ਉਹ ਹੈਗੀ ਕਿ ਇਹ ਫੇਜ਼ 3 ਤਾਂ ਹੀ ਸ਼ੁਰੂ ਹੋਏਗੀ ਜੇ ਸਾਡੇ ਨੰਬਰ ਕੋਵਿਡ-19 ਦੇ ਹੈਗੇ ਜਿਹੜੇ ਉਹ ਟਿਕੇ ਰਹੇ, ਘੱਟੋ ਘੱਟ ਜਿਵੇਂ ਚੱਲ ਰਹੇ ਉਸ ਤਰ੍ਹਾਂ ਟਿਕੇ ਰਹਿਣ ਤੇ ਜਾਂ ਥੱਲੇ ਜਾ ਵੜਨ। ਜੇ ਕਿਤੇ ਨੰਬਰ ਜਿਹੜਾ ਇੱਕਦਮ ਉੱਪਰ ਚਲਾ ਜਾਵੇ ਤਾਂ ਜਿਹੜੀ ਫੇਜ਼ 3 ਦੀ ਜਿਹੜੀ ਡੇਟ ਹੈਗੀ ਹੈ, ਟਾਈਮ ਲਾਈਨ ਹੈਗੀ, ਇਹਨੂੰ ਹੋ ਸਕਦਾ ਪਿੱਛੇ ਪਾਇਆ ਜਾ ਸਕੇ। ਤੇ ਇਹਦੇ ਵਿੱਚ ਜਿਹੜਾ ਫੇਜ਼ 3 ਦੇ ਵਿੱਚ ਆਉਂਦਾ ਜੀ ਸਕੂਲ,
ਹਾਂ, ਸਕੂਲਾਂ ਦੇ ਵਿੱਚ ਇਹ ਗੱਲ ਮੈਂ ਸਪਸ਼ਟ ਕਰ ਦਿਆਂ ਤੁਹਾਡੇ ਦਰਸ਼ਕਾਂ ਨੂੰ ਕਿ ਸਕੂਲ ਵਾਪਸ ਨਾਰਮਲ ਐਸ ਸੈਸ਼ਨ ਦੇ ਵਿੱਚ ਨਹੀਂ ਜਾਣਗੇ। ਤੇ ਉਹਦੇ ਵਿੱਚ ਸਿਰਫ ਐਂਡ ਸਿਰਫ ਹੋਰ ਆਪਸ਼ਨ ਦਿੱਤੀਆਂ ਜਾਣਗੀਆਂ। ਇਸ ਵੇਲੇ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਉਹ ਆਪਣਾ ਲਗਾਤਾਰ ਜਿਹੜੀ ਹੈਗੀ ਆ ਬੱਚੇ ਹੁਣ ਵੀ ਜਾ ਰਹੇ ਆ ਉੱਥੇ। ਜਿਹੜੇ ਐਸੈਂਸ਼ੀਅਲ ਸਰਵਿਸ ਵਰਕਰਸ ਨੇ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਇਸ ਵੇਲੇ ਉਹ ਦਿੱਤਾ ਜਾ ਰਿਹਾ ਹੈ ਜੀ, ਇੱਥੇ ਸਪੋਰਟ ਦਿੱਤੀ ਜਾ ਰਹੀ ਹੈ। ਇਸੇ ਤਰੀਕੇ ਨਾਲ ਸਪੈਸ਼ਲ ਨੀਡ ਬੱਚੇ ਨੇ ਜੀ, ਉਹਨਾਂ ਨੂੰ ਵੀ ਉੱਥੇ ਸਰਵ ਕੀਤਾ ਜਾ ਰਿਹਾ। ਔਰ ਇਸ ਤੋਂ ਵੱਧ ਆਪਸ਼ਨ ਹੋਰ ਪੇਰੈਂਟਸ ਨੂੰ ਦਿੱਤੀਆਂ ਜਾਣਗੀਆਂ, ਪਰ ਪੇਰੈਂਟਸ ਨੂੰ ਕੋਈ ਇਹਦਾ ਹੁਕਮ ਨਹੀਂ ਹੋਣਗੇ ਉੱਥੇ ਭੇਜਣ ਵਾਸਤੇ, ਉਹਨਾਂ ਦੀ ਮਰਜ਼ੀ ਹੋਏਗੀ। ਇਹ ਸਕੂਲ ਹੈ ਜੀ, ਇਹ ਯੂਨੀਵਰਸਿਟੀ ਕਾਲਜ ਹੈ ਜੀ, ਉਹਦੇ ਵਿੱਚ ਮਿਕਸ ਜਿਹੜਾ ਹੈਗਾ ਮਾਡਲ ਲਿਆਉਣ ਦੀ ਜਿਹੜੀ ਪਲੈਨਿੰਗ ਜਿਹੜੀ ਹੋ ਰਹੀ ਹੈ, ਉਹਦੇ ਵਿੱਚ ਇਨ ਕਲਾਸ ਬੱਚੇ ਵੀ ਹੋਣਗੇ ਤਾਂ ਉਹਦੇ ਵਿੱਚ ਆਨਲਾਈਨ ਬੱਚੇ ਵੀ ਐਟ ਦੀ ਸੇਮ ਟਾਈਮ ਉਹ ਹੋਣਗੇ। ਫਿਰ ਬੱਚੇ ਬਦਲ ਸਕਦੇ ਉਸ ਤੋਂ ਬਾਅਦ, ਇਹ ਉਹਦੇ ਵਿੱਚ ਸ਼ਾਮਲ ਹੈ ਜੀ। ਉਸ ਤੋਂ ਬਾਅਦ ਉਹਦੇ ਵਿੱਚ ਸ਼ਾਮਲ ਹੈਗਾ ਜੀ ਹੋਟਲਸ ਵਗੈਰਾ, ਜਿਮ ਜਿਹੜੇ ਆਪਣੇ ਹੈਗੇ ਆ, ਜਿੱਥੇ ਬਹੁਤ ਸਾਰੇ ਲੋਕ ਮੈਨੂੰ ਵੀ ਫੋਨ ਆਉਂਦੇ ਖੋਲ੍ਹਣ ਵਾਸਤੇ ਉਹ। ਔਰ ਉਹਦੇ ਨਾਲ ਜਿਹੜੀ ਫਿਲਮ ਇੰਡਸਟਰੀ ਤੁਸੀਂ ਕੀਤੀ ਹੈ, ਫਿਲਮ ਇੰਡਸਟਰੀ ਦੀ ਪਰਟੀਕੂਲਰ ਜਿਹੜੀ ਸਾਡੀ ਲੋਕਲ ਇੰਡਸਟਰੀ ਹੈ, ਉਹਦੀ ਪ੍ਰੋਡਕਸ਼ਨ ਜਿਹੜੀ ਹੈਗੀ ਹੈ ਉਹ ਇਸ ਜਿਹੜਾ ਹੈਗਾ ਜੂਨ ਤੋਂ ਸਤੰਬਰ ਤੱਕ ਜਿਹੜੀ ਹੈਗੀ ਅਗੇਨ ਨਵੀਆਂ ਜਿਹੜੀਆਂ ਹੈਗੀਆਂ ਰਿਸਟ੍ਰਿਕਸ਼ਨ ਦੇ ਥੱਲੇ ਉਹ ਹੋ ਸਕਦੀ। ਬਿਲਕੁਲ ਕਹਿ ਸਕਦੇ ਹਾਂ ਕਿ ਜਿੱਦਾਂ ਹੁਣ ਤੁਸੀਂ ਜਿਮਸ ਦੀ ਗੱਲ ਕੀਤੀ ਹੈ ਕਿ ਜੂਨ ਤੋਂ ਲੈ ਕੇ ਸਤੰਬਰ ਤੱਕ ਇਹਦਾ ਫੈਸਲਾ ਲਿਆ ਜਾਵੇਗਾ ਕਿ ਖੁੱਲਣਗੇ ਕਿ ਨਹੀਂ ਖੁੱਲਣਗੇ। ਫਿਲਮ ਇੰਡਸਟਰੀ ਦੀ ਗੱਲ ਕੀਤੀ ਹੈ, ਉਹ ਖੁੱਲੇਗੀ ਕਿ ਨਹੀਂ ਖੁੱਲੇਗੀ। ਸੋ ਬਹੁਤ ਸਾਰੇ ਅਜਿਹੇ ਬਿਜ਼ਨਸ ਨੇ। ਕੈਸੀਨੋ ਸਭ ਤੋਂ ਜ਼ਿਆਦਾ ਡਿਮਾਂਡ ਪੁੱਛੀ ਜਾ ਰਹੀ ਸੀ ਕਿ ਉਹ ਦੁਬਾਰਾ ਖੁੱਲ ਸਕਦੇ ਆ ਕਿ ਨਹੀਂ ਖੁੱਲ ਸਕਦੇ। ਸੋ ਉਹ ਸਭ ਕੁਝ ਜਿਹੜੇ ਵੱਡੇ ਚੀਜ਼ ਨੇ, ਕਨਸਰਟਸ ਨੇ ਜਿਹੜੇ ਹੁੰਦੇ ਸੀ ਆਪਣੇ, ਸੋ ਉਹ ਸਭ ਕੁਝ ਜਿਹੜਾ ਹੈ ਉਹ ਚੌਥੇ ਲੈਵਲ ਦੇ ਅੰਡਰ ਆਵੇਗਾ ਕਿ ਰਿਸਟ੍ਰਿਕਸ਼ਨ ਦੇਖ ਕੇ ਬਹੁਤ ਹੀ ਜਿਹੜੀਆਂ ਸਖਤ ਗਾਈਡਲਾਈਨਸ ਦੇ ਅੰਡਰ ਇਹ ਖੁੱਲ ਸਕਦੇ ਨੇ ਜੀ। ਇਹਦੇ ਚ ਇਹਦੀ ਜਿਹੜੀ ਡਰਾਈਵਿੰਗ ਫੋਰਸ ਹੈ ਜਿਹੜੀ ਕੱਲ ਸਾਡੇ ਪ੍ਰੀਮੀਅਰ ਸਾਹਿਬ ਨੇ ਕਹੀ ਹੈ, ਔਰ 80% ਲੋਕ BC ਦੇ ਕਹਿੰਦੇ ਆ, ਉਹ ਇਹ ਹੈਗਾ ਕਿ ਪਬਲਿਕ ਸੈਕਟਰ ਸੇਫਟੀ ਦਾ ਕਿਤੇ ਵੀ ਅਸੀਂ ਕੰਪਰੋਮਾਈਜ਼ ਨਹੀਂ ਕਰਨਾ। ਇਹ BC ਦੇ 80% ਲੋਕਾਂ ਦੀ ਮੰਗ ਆ ਕਿ ਉਹਦਾ ਬਿਲਕੁਲ ਮੰਗ ਨਾ ਕੀਤੀ ਜਾਏ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਕਿ ਚਾਹੇ ਜਿਹੜੀ ਸੈਕੰਡ ਫੇਜ਼ ਦੇ ਵਿੱਚ ਜਿਹੜੇ ਬਾਰਬਰ ਸ਼ਾਪ ਤੇ ਜਿਹੜਾ ਹੈਗਾ ਬਿਊਟੀ ਸਲੂਨ ਜਿਹੜਾ ਖੋਲ੍ਹਣ ਦੀ ਗੱਲਬਾਤ ਕੀਤੀ ਗਈ ਹੈ, ਪਰ ਉਹਦਾ ਵੱਡਾ ਇਤਰਾਜ਼ ਹੁਣ ਕੁਝ ਸੈਕਟਰ ਜਿਹੜਾ ਉਹਦੇ ਵੱਲੋਂ ਹੋਈ ਹੈ, ਜਿਹੜੇ ਉਹਦੇ ਵਿੱਚ ਕੰਮ ਕਰਦੇ ਉਹ ਕਹਿੰਦੇ ਵੀ ਇਹ ਸ਼ਾਇਦ ਟੂ ਅਰਲੀ ਹੋਵੇ, ਉਸੇ ਸੈਕਟਰ ਦੇ ਵਿਅਕਤੀ ਕਹਿ ਰਹੇ ਆ ਨਾ। ਸੋ ਇਸ ਕਰਕੇ ਪਬਲਿਕ ਸੈਕਟਰੀ ਸੇਫਟੀ ਦੀ ਮੁੱਖ ਚੀਜ਼ ਹੈ ਜੀ। ਜਿਹੜੀ ਤੁਸੀਂ ਕਨਵੈਨਸ਼ਨ ਦੀ ਗੱਲ ਕੀਤੀ ਹੈ ਜਾਂ ਕਨਸਰਟਸ ਦੀ ਗੱਲ ਕੀਤੀ ਹੈ, ਸਾਡੇ ਅਖਾੜੇ ਲੱਗਦੇ ਆ, ਸ਼ੋਅ ਹੁੰਦੇ ਆ, ਉਹਨਾਂ ਦੀ ਗੱਲ ਹੈ। ਵੱਡੇ ਟੂਰਨਾਮੈਂਟ ਹੁੰਦੇ ਜਿੱਥੇ 70-80 ਹਜ਼ਾਰ ਜਾ ਕੇ ਬੰਦਾ ਕਨਵੈਨਸ਼ਨ ਸੈਂਟਰ ਜਾ ਕੇ ਬਹਿੰਦਾ, ਜਾਂ ਕਨਵੈਨਸ਼ਨ ਸੈਂਟਰ ਦੇ ਵਿੱਚ ਕਨਵੈਨਸ਼ਨ ਹੁੰਦੀਆਂ ਨੇ, ਉਹ ਜਿਹੜੇ ਵੱਡੇ ਇਕੱਠ ਨੇ ਜੀ, ਉਹਨਾਂ ਦੇ ਵਾਸਤੇ ਉਹਨਾਂ ਨੇ ਬੜਾ ਸਪਸ਼ਟ ਕੀਤਾ ਉਹ ਚੌਥੀ ਫੇਜ਼ ਹੈ, ਉਹ ਸਿਰਫ ਤਾਂ ਆਉਣੀ ਹੈ, ਉਹ ਸਿਰਫ ਤਾਂ ਚੱਲੇਗੀ ਜੇ ਜਿਹੜੀ ਹੈਗੀ ਹੈ ਵੱਡੇ ਪੱਧਰ ਦੇ ਉੱਤੇ COVID-19 ਨੂੰ ਰੋਕਣ ਦਾ ਪ੍ਰਬੰਧ ਹੋ ਸਕਿਆ, ਜਿਹਦੇ ਵਿੱਚ ਨੰਬਰ 1 ਵੈਕਸੀਨ ਉਹਦੀ ਆ ਜਾਏ, ਬਹੁਤ ਸਾਰੇ ਲੋਕਾਂ ਦੀ ਵੈਕਸੀਨੇਸ਼ਨ ਹੋ ਜਾਏ। ਨੰਬਰ 2 ਤੇ ਉਹਦੀ ਸਕਸੈਸਫੁਲ ਟ੍ਰੀਟਮੈਂਟ ਉਹਦੀ ਲੱਭੀ ਜਾ ਸਕੇ, ਜਿਹੜੀ ਲੱਭੀ ਗਈ ਹੋਵੇ ਤਾਂ ਉਹ ਸਫਲ ਹੋ ਜਾਏ। ਉਹਦੇ ਕਰਕੇ ਜੇ ਉਹ ਨਹੀਂ ਆਉਂਦੀ ਵੱਡੀ ਪੱਧਰ ਦੇ ਉੱਤੇ ਕਮਿਊਨਿਟੀ ਦੀ ਇਮਿਊਨਿਟੀ ਉਹ ਨਹੀਂ ਹੁੰਦੀ, ਤਾਂ ਫਿਰ ਜਿਹੜਾ ਚੌਥਾ ਪੜਾਅ ਹੈਗਾ ਉਹਨੂੰ ਨਹੀਂ ਖੋਲ੍ਹਿਆ ਜਾਏਗਾ, ਕਿਉਂਕਿ ਚੌਥੇ ਪੜਾਅ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਆ। ਔਰ ਇਹਦੇ ਚ ਮੈਂ ਵੀ ਦੱਸਦਾ ਸ਼ਾਮਲ ਨੇ ਸਾਡੇ ਬਹੁਤ ਸਾਰੇ ਬੈਂਕੁਏਟ ਹਾਲ ਵੀ ਆ ਗਏ ਇਹਦੇ ਵਿੱਚ, ਕਿਉਂਕਿ ਸਾਡੀਆਂ ਜਿਹੜੇ ਵਿਆਹ ਹੁੰਦੇ ਆ ਉਹਦੇ ਵਿੱਚ ਵੀ 700-800 ਬੰਦਾ ਬਹੁਤ ਈਜ਼ੀਲੀ ਇਕੱਠਾ ਹੋ ਜਾਂਦਾ। ਸੋ ਉਹਨਾਂ ਲੋਕਾਂ ਨੂੰ ਵੀ ਆਪਣੀਆਂ ਜਿਹੜੀਆਂ ਪਲੈਨਿੰਗਸ ਨੇ ਉਹ ਐਡਜਸਟ ਕਰਨੀਆਂ ਪੈਣੀਆਂ, ਕਿਉਂਕਿ ਉਹਨਾਂ ਨੂੰ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਵੈਕਸੀਨ ਨਹੀਂ ਹੁੰਦੀ ਉਨੀ ਦੇਰ ਤੱਕ ਉਸ ਤਰ੍ਹਾਂ ਦੇ ਸ਼ਾਦੀਆਂ ਜਿਹੜੀਆਂ ਵਿਆਹ ਤੇ ਉਹ ਜਿਹੜੇ ਭੰਗੜੇ ਗਿੱਧੇ ਪੈਂਦੇ ਸੀ ਉਵੇਂ ਪੈਣੇ ਨਹੀਂਗੇ। ਤੇ ਵੈਕਸੀਨ ਆਉਣ ਦਾ ਸਮਾਂ ਉਹ ਕਿਸੇ ਦੇ ਹੱਥ ਦੇ ਵਿੱਚ ਨਹੀਂਗਾ। ਉਹਦੇ ਵਾਸਤੇ ਜਿਹੜੇ ਮਾਹਰ ਆ ਉਹ ਕਹਿ ਰਹੇ 8 ਮਹੀਨਿਆਂ ਤੋਂ ਲੈ ਕੇ 15 ਮਹੀਨਿਆਂ ਤੱਕ ਲੱਗ ਸਕਦਾ ਜੀ। ਫੈਮਿਲੀ ਤੇ ਫਰੈਂਡਸ, ਜਿੱਦਾਂ ਪ੍ਰੀਮੀਅਰ ਨੇ ਕਿਹਾ ਕਿ ਫੈਮਿਲੀ ਫਰੈਂਡਸ ਇਕੱਠੇ ਹੋ ਸਕਦੇ ਨੇ ਇਸ ਲੌਂਗ ਵੀਕਐਂਡ ਦੇ ਉੱਤੇ, ਸੋ ਬਾਰਬੀਕਿਊ ਕਰ ਸਕਦੇ ਨੇ। ਪਰ ਹੁਣ ਜਿਹੜੇ ਵਿਆਹ ਸ਼ਾਦੀਆਂ ਸੀਗੀਆਂ ਉਹ ਵੀ ਹੋ ਸਕਦੀਆਂ ਨੇ, ਪਰ 50 ਬੰਦੇ ਇਕੱਠੇ ਹੋਣੇ ਚਾਹੀਦੇ ਆ। ਸੋ 50 ਤੱਕ ਦੀ ਲਿਮਿਟ ਜਿਹੜੀ ਹੈਗੀ ਉਹ ਕਦੋਂ ਤੱਕ ਚੱਲੇਗੀ ਤੁਹਾਡੇ ਹਿਸਾਬ ਨਾਲ? ਜਿਹੜੀ ਉਹਨਾਂ ਨੇ ਕਿਹਾ ਨਾ ਵੀ ਜਿਹੜਾ ਪਹਿਲੀ ਫੇਜ਼ ਦੇ ਵਿੱਚ ਛੋਟੇ ਇਕੱਠ ਹੋਣਾ ਉਹਦੇ ਸ਼ਾਮਲ ਨੇ, ਪਰ ਉਹਨੂੰ ਉਹਨਾਂ ਨੇ ਜੋ ਬਰੀਕੀ ਚ ਗੱਲ ਕਹੀ ਹੈ ਕਿ ਉਹਦੇ ਚ ਮੈਂ ਪਹਿਲਾਂ ਤੱਕ ਸਪਸ਼ਟ ਕਰਦਾ, ਜੋ ਡਾਕਟਰ ਬੋਨੀ ਹੈਨਰੀ ਨੇ ਜਿਹੜਾ ਡਿਫਾਈਨ ਕੀਤਾ ਨਾ 50 ਬੰਦਿਆਂ ਦੀ, ਉਹ ਕਈ ਵਾਰੀ ਲੀਗਲ ਜਦੋਂ ਅਸੀਂ ਰਿਸਟ੍ਰਿਕਸ਼ਨ ਵੇਖਦੇ ਹਾਂ ਉਹਦੇ ਵਿੱਚ ਕਈ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਉਹ ਲੱਗਦਾ ਜਦੋਂ ਅਸੀਂ ਬਿਆਨ ਕਰਦੇ ਹਾਂ ਲੱਗਦਾ 50 ਬੰਦੇ ਇਕੱਠੇ ਹੋ ਸਕਦੇ ਆ, ਇਸ ਤਰ੍ਹਾਂ ਨਹੀਂ ਹੈ। ਉਹਦੇ ਚ ਜਿਹੜੇ ਹੁਣ ਤੱਕ ਦੀ ਘੱਟ ਗਈ ਉਹਨਾਂ ਨੇ ਕਿਹਾ ਕਿ ਜਿਹੜੇ ਫੈਮਿਲੀ ਦੇ ਬੰਦੇ ਜਿਹੜੇ ਹੈਗੇ 5-7 ਇਕੱਠੇ ਹੋ ਕੇ ਉਹ ਜਦੋਂ ਸੈਕੰਡ ਫੇਜ਼ ਦੇ ਵਿੱਚ ਕਰ ਸਕਦੇ, ਤੁਹਾਡੀ ਬਹੁਤ ਕਲੋਜ਼ ਫੈਮਿਲੀ ਹੋਵੇ ਜਿਹਨਾਂ ਨੂੰ ਤੁਸੀਂ ਜਾਣਦੇ ਹੋ, ਤਾਂ ਕਿ ਜਿਹੜਾ ਹੈਗਾ ਤੁਹਾਡੀ ਸੇਫਟੀ ਜਿਹੜੀ ਹੈਗੀ ਉਹ ਬਣੀ ਰਹੇ। ਉਸ ਤੋਂ ਇਲਾਵਾ ਜਦੋਂ 50 ਦੀ ਗੱਲ ਕਰਦੇ ਹਾਂ ਉਹ ਡਿਪੈਂਡ ਕਰਦਾ ਹੁਣ 50 ਦੇ ਵਿੱਚ
ਜੇ ਕੋਈ ਐਸਾ ਬਿਜ਼ਨਸ ਹੈ ਜਿਹੜਾ ਬਹੁਤ ਵੱਡੇ ਵੇਅਰ ਹਾਊਸ ਦੇ ਵਿੱਚ ਚੱਲ ਰਿਹਾ ਤੇ ਉੱਥੇ 6 ਫੁੱਟ ਦਾ ਫਾਸਲਾ ਰੱਖ ਕੇ ਉਹ ਚੱਲ ਸਕਦੇ। ਜੇ ਆਪਾਂ ਕਹੀਏ 50 ਇੱਕ ਜਿਹੜਾ ਛੋਟੇ ਜਿਹੇ ਜਿਹੜਾ ਰੈਸਟੋਰੈਂਟ ਵਾੜ ਦਈਏ ਉਹ ਹੋਣਾ ਨਹੀਂ, ਕਿਉਂਕਿ ਉੱਥੇ 6 ਫੁੱਟ ਦਾ ਫਾਸਲਾ ਹੋਣਾ ਨਹੀਂਗਾ। ਸੋ 50 ਨੂੰ ਡਿਫਾਈਨ 6 ਫੁੱਟ ਦੇ ਨਾਲ ਹੀ ਕੀਤਾ ਜਾਣਾ। ਸੋ ਉਹਦੇ ਵਿੱਚ ਜਦੋਂ ਆਪਾਂ ਵਿਆਹ ਦੀ ਗੱਲ ਕਰਦੇ ਹਾਂ ਜਾਂ ਸਾਡੇ ਰਿਸੈਪਸ਼ਨ ਦੀ ਗੱਲ ਕਰਦੇ ਹਾਂ, ਉਹਦਾ ਜਿਹੜਾ ਨੰਬਰ ਆ ਉਹ ਬਹੁਤ ਸੀਮਤ ਹੋ ਜਾਂਦਾ। ਪਹਿਲੀ ਗੱਲ ਤਾਂ 50 ਤੋਂ ਉੱਪਰ ਟੱਪ ਨਹੀਂ ਸਕਦਾ ਉਹ। ਸੋ 50 ਤੋਂ ਥੱਲੇ ਵੀ ਜਿਹੜਾ ਉਹ 6 ਫੁੱਟ ਦਾ ਫਾਸਲਾ ਉਹਦੇ ਤੇ ਲਾਗੂ ਜਿਹੜਾ ਉਹ ਕੀਤਾ ਜਾਂਦਾ ਹੈ। ਕੁੱਲ ਮਿਲਾ ਕੇ ਜਿੱਦਾਂ ਪ੍ਰੇਮਰ ਨੇ ਕਿਹਾ ਕਿ ਇਹ ਨਹੀਂ ਹੈ ਕਿ ਸਭ ਕੁਝ ਓਪਨ ਹੋਣ ਲੱਗਿਆ ਤੇ ਅਸੀਂ ਦੁਬਾਰਾ ਨਾਰਮਲ ਲਾਈਫ ਦੇ ਵਿੱਚ ਆ ਰਹੇ ਹਾਂ। ਸੋ ਇਹ ਨਿਊ ਨਾਰਮਲ ਦੀਆਂ ਗਾਈਡਲਾਈਨਸ ਨੇ, ਨਾ ਕਿ ਨਾਰਮਲ ਲਾਈਫ ਦੀਆਂ ਗਾਈਡਲਾਈਨਸ ਨੇ। ਬਿਲਕੁਲ ਠੀਕ ਫਰਮਾਇਆ ਜੀ। ਬੇਸਿਕਲੀ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਜਿਹੜੀ ਬਹੁਤ ਵੱਡੀ ਲਾਈਟ ਚੱਲਦੀ ਸੀ ਇੱਕ, ਉਹਨੂੰ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ, ਪਰ ਉਹਦੀ ਸੁੱਚ ਨੱਪ ਕੇ ਉਹਨੂੰ ਸ਼ੁਰੂ ਨਹੀਂ ਕਰ ਰਹੇ। ਅਸੀਂ ਬਹੁਤ ਡਿਮ ਲਾਈਟ ਤੋਂ, ਜਿਹੜੀ ਬਹੁਤ ਜ਼ਿਆਦਾ ਡਿਮ ਲਾਈਟ ਤੋਂ ਸ਼ੁਰੂ ਕਰਕੇ ਜੇ ਠੀਕ ਚੱਲਦਾ ਰਿਹਾ ਸਫ਼ਰ, ਜਿਹੜੇ ਕੇਸ ਨਾ ਵਧੇ ਤਾਂ ਅਸੀਂ ਫਿਰ ਇਹਨੂੰ ਹੌਲੀ ਉਸ ਲਾਈਟ ਨੂੰ ਵਧਾ ਕੇ ਤਾਂ ਅਸੀਂ ਲੈ ਕੇ ਜਾਣਾ ਹੈ। ਔਰ BC ਦੇ ਲੋਕਾਂ ਦੀ ਬਹੁਤ ਵੱਡੀ ਸਫਲਤਾ ਹੈ ਜੀ। ਜਿੱਥੇ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਇਹ, ਉੱਥੇ ਬਹੁਤ ਸਾਰੇ ਸੂਬੇ ਹਲੇ ਸਮੇਂ ਨਾਲ ਪਹੁੰਚਣਗੇ, ਕਿਉਂਕਿ ਸਾਡੇ ਤਾਂ ਬਹੁਤ ਸਾਰੇ ਬਿਜ਼ਨਸ ਉਹ ਪਹਿਲਾਂ ਹੀ ਖੁੱਲੇ ਨੇ। ਇਸ ਕਰਕੇ ਜਿਹੜੀ ਇਹ ਸਫਲਤਾ ਸੀ, ਇਸ ਸਫਲਤਾ ਨੂੰ ਕਿਸੇ ਵੀ ਤਰੀਕੇ ਨਾਲ ਕੰਪਰੋਮਾਈਜ਼ ਕਰਕੇ ਦੁਬਾਰਾ ਇਹ ਨਹੀਂ ਜਾਣਾ ਚਾਹੁੰਦੇ। ਬਿਲਕੁਲ। ਤੇ ਹੁਣ ਅਸੀਂ ਜੌਬਸ ਦੀ ਵੀ ਜੇ ਗੱਲ ਕਰੀਏ ਤਾਂ ਜੌਬਸ ਦਾ ਜਿਹੜਾ ਡੇਟਾ ਹੈਗਾ ਆ ਉਹ ਵੀ ਜਿਹੜਾ ਹੈ ਉਹ ਬਹੁਤ ਜੌਬ ਲਾਸ ਹੋਇਆ ਆ। ਹੁਣ 2 ਲੱਖ ਤੋਂ ਉੱਤੇ ਜੌਬਸ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਇਸ ਮਹੀਨੇ ਦੇ ਵਿੱਚ। ਸੋ ਜੌਬਸ ਨੂੰ ਦੁਬਾਰਾ ਲੈ ਕੇ ਆਉਣ ਦੇ ਲਈ ਕੀ ਪਲਾਨ ਹੋਵੇਗਾ ਅੱਗੇ ਜਾ ਕੇ, ਜਿਹੜਾ ਆਪਾਂ ਗੱਲ ਕਰੀਏ ਪ੍ਰੋਵਿੰਸ ਦਾ? ਤਾਂ ਅਸੀਂ ਦੇਖੋ, ਜਿਹੜਾ COVID-19 ਹੈ ਇਹਨੇ ਜਿੰਨਾ ਨੁਕਸਾਨ ਧਰਤੀ ਤੇ ਕੀਤਾ, ਜਿਹਦੇ ਵਿੱਚ ਜਾਨੀ ਨੁਕਸਾਨ ਹੈ, ਜਿਹਦੇ ਵਿੱਚ ਮਾਲੀ ਨੁਕਸਾਨ ਹੈ, ਜਿਹੜਾ ਸਾਡੀ ਆਰਥਿਕਤਾ ਦਾ ਨੁਕਸਾਨ ਹੈ, ਔਰ ਸਾਡੇ ਹੈਲਥ ਕੇਅਰ ਸਿਸਟਮ ਨੂੰ ਚੈਲੰਜ ਕੀਤਾ ਇਹਨੇ, ਉਹ ਇੰਨਾ ਵੱਡਾ ਹੈ ਜਿਹੜਾ ਸਾਨੂੰ ਮੇਰੀ ਸਮਝ ਮੁਤਾਬਕ ਹੋ ਸਕਦਾ ਵੀ ਅਗਲੇ 6 ਮਹੀਨਿਆਂ ਤੱਕ ਵੀ ਪੂਰਾ ਪਤਾ ਲੱਗੇ ਵੀ ਕਿੱਥੇ ਜਾ ਕੇ ਕੀ ਨੁਕਸਾਨ ਇਹਨੇ ਕਰਤਾ। ਸੋ ਉਹ ਬਹੁਤ ਵੱਡਾ ਨੁਕਸਾਨ ਹੈ ਜੀ ਲੋਕਾਂ ਦੀ ਜ਼ਿੰਦਗੀ ਦੇ ਉੱਤੇ, ਸਾਡੀ ਆਰਥਿਕਤਾ ਦੇ ਉੱਤੇ। ਜਦੋਂ ਅਸੀਂ ਜੌਬਸ ਦੀ ਗੱਲ ਕਰਦੇ ਹਾਂ ਕਿ ਉਹਦੇ ਜਿਹੜੇ ਅੱਜ ਦੇ ਨੰਬਰ ਆਏ ਨੇ ਕਿ ਕੈਨੇਡਾ ਦੇ ਵਿੱਚ, ਜੇ ਆਪਾਂ ਸਾਰੇ ਕੈਨੇਡਾ ਲੈਵਲ ਤੇ ਦੇਖੀਏ ਤਾਂ ਕੈਨੇਡਾ ਦੇ ਵਿੱਚ 2 ਮਿਲੀਅਨ ਲੋਕਾਂ ਦੀਆਂ ਜੌਬਾਂ ਚਲੀਆਂ ਗਈਆਂ ਜੀ। ਤੇ ਕੈਨੇਡੀਅਨ ਜਿਹੜਾ ਅਨਪਲਾਇਮੈਂਟ ਰੇਟ ਹੈਗਾ ਇਸ ਵੇਲੇ ਉਹ ਜੀ 13% ਹੋ ਚੁੱਕਿਆ, ਜਿਹੜਾ ਮੇਰੇ ਖਿਆਲ ਦੇ ਵਿੱਚ ਕਈ ਦਹਾਕਿਆਂ ਦੇ ਵਿੱਚ ਨਹੀਂ ਇੰਨਾ ਕਿਤੇ ਗਿਆ, ਹਾਈਐਸਟ ਹੈਗਾ ਜੀ। BC ਦੀ ਜੇ ਆਪਾਂ ਗੱਲ ਕਰੀਏ, BC ਦੇ ਵਿੱਚ ਹੀ 2,40,000 ਜਿਹੜੀਆਂ ਨੌਕਰੀਆਂ ਨੇ ਸਿਰਫ ਅਪ੍ਰੈਲ ਦੇ ਮਹੀਨੇ ਦੇ ਵਿੱਚੋਂ ਚਲੀਆਂ ਗਈਆਂ। ਤੇ BC ਦਾ ਜਿਹੜਾ ਅਨਪਲਾਇਮੈਂਟ ਰੇਟ ਹੈ ਜੀ ਹੁਣ ਇਸ ਵੇਲੇ ਵੱਧ ਕੇ ਉਹ 11.5 ਹੋ ਚੁੱਕਿਆ, ਜਦੋਂ ਕਿ ਸਾਡਾ ਅਨਪਲਾਇਮੈਂਟ ਉਸ ਜਦੋਂ COVID-19 ਚ ਅਸੀਂ ਬੜੇ ਆ ਉਹ ਲੋਐਸਟ ਇਨ ਦੀ ਕੰਟਰੀ ਸੀਗਾ, 4.6 ਸੀਗਾ। ਉੱਥੋਂ ਚੱਲ ਕੇ ਇੱਥੇ ਪਹੁੰਚ ਗਿਆ। 4 ਲੱਖ ਲੋਕਾਂ ਨੇ ਜਿਹੜਾ ਸਾਡਾ BC ਜਿਹੜਾ ਹੈਗਾ ਬੈਨੀਫਿਟ ਪ੍ਰੋਗਰਾਮ ਹੈਗਾ $1000 ਵਾਲਾ, ਉਹ 4 ਲੱਖ ਲੋਕਾਂ ਨੇ ਉਹ ਅਪਲਾਈ ਕੀਤਾ ਜੀ। ਬਹੁਤ ਵੱਡਾ ਨੰਬਰ ਉਹ ਵੀ ਹੈ, ਪਰ ਉਹਦੇ ਵਿੱਚ ਉਹ ਲੋਕ ਵੀ ਨੇ ਜਿਨ੍ਹਾਂ ਦੀ ਨੌਕਰੀ ਚਲੀ ਗਈ, ਉਹਦੇ 'ਚ ਉਹ ਲੋਕ ਵੀ ਨੇ ਜਿਨ੍ਹਾਂ ਦੀ ਨੌਕਰੀ ਕੰਪਰੋਮਾਈਜ਼ ਹੋ ਗਈ, ਇਨਕਮ ਘਟ ਗਈ, ਉਹ ਵੀ ਸ਼ਾਮਲ ਨੇ। ਸੋ ਬਹੁਤ ਵੱਡਾ ਜੀ ਇਹ ਲੋਕਾਂ ਦੇ ਉੱਤੇ ਜਿਹੜਾ ਬਹੁਤ ਵੱਡਾ ਮਾੜਾ ਅਸਰ ਪਿਆ, ਉਹਨਾਂ ਪਰਿਵਾਰਾਂ ਦੇ ਉੱਤੇ ਇਸ ਸਮੇਂ ਦੇ ਵਿੱਚੋਂ ਲੰਘਣਾ ਬਹੁਤ ਔਖਾ ਸਮਾਂ ਜੀ। ਇਸ ਕਰਕੇ ਜਿਹੜੀ BC ਸਰਕਾਰ ਹੈ ਜੀ ਉਹ ਹਰ ਉਹ ਯਤਨ ਜਿਹੜਾ ਕਰ ਰਹੀ ਹੈ ਜਿਹਦੇ ਕਰਕੇ ਉਹਨਾਂ ਦਾ ਇਹ ਸਫ਼ਰ ਹੈ ਜਿਹੜਾ ਉਸ ਨੂੰ ਜਿੰਨਾ ਵੀ ਸੌਖਾ ਬਣਾਇਆ ਜਾ ਸਕੇ ਉਹ ਬਣਾਇਆ ਜਾ ਸਕੇ, ਤਾਂ ਕਿ ਅਸੀਂ ਜਿਹੜੀ ਲੋਕਾਂ ਨੂੰ ਸਪੋਰਟ ਦਿੰਦੇ ਹੋਏ ਤੇ ਆਪਣੀ ਇਕੋਨਮੀ ਨੂੰ ਦੁਬਾਰਾ ਮੁੜ ਬਹਾਲ ਵੀ ਵਧੀਆ ਤਰੀਕੇ ਨਾਲ ਕਰ ਸਕੀਏ। तो ਉਹਦੇ ਚ BC ਨੇ $5 ਬਿਲੀਅਨ ਦਾ ਜਿਹੜਾ ਹੈਗਾ ਰਿਲੀਫ ਪੈਕੇਜ ਬੜੇ ਪਹਿਲਾਂ ਤੋਂ ਐਲਾਨ ਕੀਤਾ। ਉਹਦੇ ਵਿੱਚੋਂ ਫਿਰ ਲਗਾਤਾਰ ਜਿਹੜੇ ਐਲਾਨਨਾਮੇ ਹੁੰਦੇ ਆ ਰਹੇ, ਉਹਦੇ ਚ ਇੱਥੇ ਪੈਸੇ ਲਾਤੇ ਜਾਂ ਇਹਨਾਂ ਚੀਜ਼ਾਂ ਨੂੰ $1000 ਚ ਦਿੱਤਾ ਗਿਆ। ਉਹਦੇ ਚੋਂ ਜਿਹੜਾ ਰੈਂਟ ਸਪਲੀਮੈਂਟ ਦਿੱਤਾ ਗਿਆ, ਉਹਦੇ ਚੋਂ ਹੋਰ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਸਪੋਰਟ ਦਿੱਤੀ ਜਾ ਸਕੀ। ਬਿਜ਼ਨਸ ਨੂੰ ਬਹੁਤ ਵੱਡੀ ਸਪੋਰਟ ਦਿੱਤੀ ਜਾ ਚੁੱਕੀ ਹੈ। 25% ਉਹਨਾਂ ਦੇ ਕਮਰਸ਼ੀਅਲ ਪ੍ਰਾਪਰਟੀ ਟੈਕਸ ਘਟਾਏ ਜਾ ਚੁੱਕੇ ਆ। ਇਸ ਤਰ੍ਹਾਂ ਦੇ ਕੋਈ 15-20 ਪ੍ਰੋਗਰਾਮ ਜਿਹੜੇ ਉਹ ਐਲਾਨ ਹੋ ਚੁੱਕੇ ਆ ਜੀ। ਔਰ ਉਹਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਜਿਹੜੀ BC ਦੀ ਇਕੋਨਮੀ ਨੂੰ ਜਿਹੜਾ ਦੁਬਾਰਾ ਰਿਸਟੋਰ ਕਰਕੇ ਸਟਰੋਂਗ ਕਰਨਾ ਵੀ ਉਸ ਪਲਾਨ ਦਾ ਜਿਹੜਾ $5 ਬਿਲੀਅਨ ਦੇ ਵਿੱਚ ਪਲਾਨ ਆ ਉਹਦਾ ਹਿੱਸਾ ਹੈ ਜੀ। ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ। COVID-19 ਦੇ ਕਰਕੇ ਬਹੁਤ ਸਾਰੀਆਂ ਐਸੈਂਸ਼ੀਅਲ ਸਰਜਰੀਜ਼ ਸੀਗੀਆਂ ਜਿਹੜੀਆਂ ਉਹ ਕੈਂਸਲ ਕਰ ਦਿੱਤੀਆਂ ਗਈਆਂ ਸੀ, ਤੇ ਜਦੋਂ ਰੀਓਪਨ ਦਾ ਪਲਾਨ ਦੱਸਿਆ ਗਿਆ ਪ੍ਰੀਮੀਅਰ ਜੌਨ ਹੋਲਗਨ ਦੇ ਵੱਲੋਂ, ਤਾਂ ਉਸ ਤੋਂ ਅਗਲੇ ਦਿਨ ਹੀ ਉਹਨਾਂ ਨੇ ਸਰਜਰੀਜ਼ ਬਾਰੇ ਵੀ ਦੱਸਿਆ ਕਿ ਕੱਲ ਤੋਂ ਯਾਨੀ ਕਿ 7 ਮਈ ਤੋਂ ਉਹਨਾਂ ਨੇ ਸਟਾਰਟ ਕਰਤਾ ਹੈਗਾ ਉਹਨਾਂ ਪੇਸ਼ੈਂਟਸ ਦੇ ਨਾਲ ਕੰਟੈਕਟ ਕਰਨਾ, ਉਹਨਾਂ 30,000 ਪੇਸ਼ੈਂਟ ਨਾਲ ਕੰਟੈਕਟ ਕਰਨਾ ਜਿਨ੍ਹਾਂ ਦੀਆਂ ਸਰਜਰੀਜ਼ ਕੈਂਸਲ ਕੀਤੀਆਂ ਗਈਆਂ ਸੀ। ਪਰ ਸਟਿਲ ਜਿਹੜੇ ਲੋਕ ਨੇ ਉਹ ਉਹਦੇ ਤੇ ਨੇ, ਵੇਟਿੰਗ ਲਿਸਟ ਤੇ ਨੇ। ਤੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ
ਇਹਦੇ ਵਿੱਚ ਆਪਣਾ ਯੋਗਦਾਨ ਪਾਇਆ, ਉਹਨਾਂ ਦੀਆਂ ਸਰਜਰੀਜ਼ ਕੈਂਸਲ ਕਰਵਾ ਕੇ, ਕਿਉਂਕਿ ਇਲੈਕਟਿਵ ਸਰਜਰੀਜ਼ ਸੀ ਜਿਹੜੀਆਂ ਕੈਂਸਲ ਕਰ ਦਿੱਤੀਆਂ ਗਈਆਂ ਸੀ। ਉਹਦੇ ਬਾਰੇ ਹੋਰ ਕੀ ਅਪਡੇਟ ਹੈਗੀ ਹੈ? ਜੀ ਕੱਲ ਜਿਹੜੇ ਸਾਡੇ BC ਦੇ ਪ੍ਰੀਮੀਅਰ ਨੇ ਹੌਰਗਨ ਸਾਹਿਬ ਤੇ ਸਾਡੇ ਜਿਹੜੇ ਹੈਲਥ ਮਿਨਿਸਟਰ ਨੇ ਆਪਣਾ ਏਡਨ ਡਿਕ ਸਾਹਿਬ, ਉਹਨਾਂ ਨੇ ਰਲ ਕੇ ਕੱਲ ਜਿਹੜਾ ਐਲਾਨ ਕੀਤਾ ਜੀ, ਜਿਹਦੇ ਚ ਜਿਹੜੀਆਂ ਪੋਸਟਪੋਨ ਹੋਈਆਂ ਸਰਜਰੀ ਸੀਗੀਆਂ ਇਸ ਸਮੇਂ ਦਰਮਿਆਨ, ਤੇ ਉਹਨਾਂ ਨੂੰ ਦੁਬਾਰਾ ਉਹ ਸ਼ੁਰੂ ਕੀਤਾ ਜਾ ਰਿਹਾ ਜੀ। ਉਹਦੇ ਵਿੱਚ ਜਦੋਂ ਪ੍ਰੀਮੀਅਰ ਸਾਹਿਬ ਨੇ ਐਲਾਨ ਕੀਤਾ, ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਹੜੀ ਇਹ ਬਹੁਤ ਹਜ਼ਾਰਾਂ ਦੀ ਗਿਣਤੀ 'ਚ ਲੋਕ ਨੇ ਜਿਨ੍ਹਾਂ ਦੀਆਂ ਸਰਜਰੀ ਪੋਸਟਪੋਨ ਹੋਈਆਂ, ਔਰ ਉਹਨਾਂ ਦਾ ਜਿਹੜਾ COVID-19 ਨੂੰ ਰੋਕਣ ਵਾਸਤੇ ਬਹੁਤ ਵੱਡਾ ਉਹਨਾਂ ਨੇ ਸੈਕਰੀਫਾਈਸ ਕੀਤਾ ਉਹਨਾਂ ਨੇ ਇਸ ਸਮੇਂ ਦੇ ਵਿੱਚ, ਔਰ ਇਹ ਔਖਾ ਸਮਾਂ ਸੀ ਉਹਨਾਂ ਦੇ ਲਈ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ, ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੇ ਇਸ ਯਤਨ ਕਰਕੇ, ਉਹਨਾਂ ਦੇ ਸੈਕਰੀਫਾਈਸ ਕਰਕੇ ਅਸੀਂ COVID-19 ਨੂੰ ਥੱਲੇ ਝੁਕਾ ਸਕੇ ਹਾਂ। ਔਰ ਇਹ ਜੀ ਐਸੇ ਮਹੀਨੇ ਤੋਂ ਸ਼ੁਰੂ ਹੋ ਕੇ ਜਿਹੜਾ ਕੰਮ ਸ਼ੁਰੂ ਹੋ ਰਿਹਾ ਹੈ ਜੀ, ਉਹਦੇ ਵਿੱਚ ਸਾਰੇ ਉਹ ਜਿਨ੍ਹਾਂ ਦੀਆਂ ਕੈਂਸਲ ਕੀਤੀਆਂ ਗਈਆਂ ਸਰਜਰੀਜ਼ ਨੇ, ਉਹਨਾਂ ਸਾਰੇ ਜਿਹੜੇ ਪੇਸ਼ੈਂਟ ਨੂੰ ਕਾਲ ਕੀਤਾ ਜਾਊਗਾ। ਉਹਦੇ ਨਾਲ ਜਿਹੜੀ ਹੈਲਥ ਕੇਅਰ ਦੀ ਕੈਪੈਸਿਟੀ ਨੂੰ ਵੱਡੇ ਪੱਧਰ ਦੇ ਉੱਤੇ ਲਿਫਟ ਕੀਤਾ ਜਾਊਗਾ ਤਾਂ ਕਿ ਅਸੀਂ ਵੱਧ ਸਰਜਰੀ ਕਰ ਸਕੀਏ। ਔਰ ਤੀਜੇ ਨੰਬਰ ਦੇ ਉੱਤੇ ਅਸੀਂ ਨਵਾਂ ਸਟਾਫ ਹਾਇਰ ਕਰ ਰਹੇ ਹਾਂ ਤੇ ਨਵੇਂ ਸਟਾਫ ਨੂੰ ਟ੍ਰੇਨਿੰਗ ਦੇ ਰਹੇ ਹਾਂ ਤਾਂ ਕਿ ਜਿਹੜੀ ਸਾਡੀ ਕੈਪੈਸਿਟੀ ਹੈ ਉਸ ਜਿਹੜੀ ਹੈਲਥ ਕੇਅਰ ਸਿਸਟਮ ਦੀ ਉਹ ਬਣੀ ਰਹੇ, ਜਿਹੜੀ ਵੱਧ ਸਰਜਰੀ ਨੂੰ ਨਿਬੇੜਨ ਵਾਸਤੇ। 16 ਮਾਰਚ ਨੂੰ ਜੀ ਇੱਕ ਫੈਸਲਾ ਕੀਤਾ ਗਿਆ ਸੀ BC ਸਰਕਾਰ ਵੱਲੋਂ, ਬਹੁਤ ਔਖਾ ਡਿਫਿਕਲਟ ਡਿਸੀਜਨ ਸੀਗਾ। ਉਹ ਸੀਗਾ ਕਿ ਉਸ ਵੇਲੇ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਨੌਨ ਅਰਜੈਂਟ ਸਰਜਰੀ ਸੀਗੀਆਂ ਉਹਨਾਂ ਨੂੰ ਕੈਂਸਲ ਕੀਤਾ ਗਿਆ ਸੀ ਉਸ ਦਿਨ ਸਰਕਾਰ ਵੱਲੋਂ, ਤਾਂ ਕਿ ਅਸੀਂ COVID-19 ਦੇ ਪੇਸ਼ੈਂਟਸ ਵਾਸਤੇ ਸਿਸਟਮ ਨੂੰ ਤਿਆਰ ਕਰ ਸਕੀਏ, ਬੈੱਡ ਖਾਲੀ ਕਰਵਾ ਕੇ ਤਿਆਰ ਕਰ ਸਕੀਏ, ਕਿਉਂਕਿ COVID-19 ਦਾ ਉਸ ਵੇਲੇ ਕੋਈ ਇਲਮ ਨਹੀਂ ਸੀ ਕਿ ਇਹ ਕਿੱਥੋਂ ਤੱਕ ਜਾ ਸਕਦਾ ਜੀ। ਤਾਂ ਉਹ ਕੀਤਾ ਗਿਆ ਸੀ। ਇਹ ਆਪਣਾ 16 ਮਾਰਚ ਨੂੰ ਇਹ ਕੀਤਾ ਗਿਆ ਜੀ। 16 ਮਈ ਤੱਕ 30,000 ਲੋਕ ਜਿਹੜੇ ਉਹ ਸੀਗੇ ਜਿਨ੍ਹਾਂ ਦੀਆਂ ਸਰਜਰੀ ਉਹ ਪੋਸਟਪੋਨ ਹੋ ਚੁੱਕੀਆਂ ਸੀਗੀਆਂ ਜਾਂ ਵੇਟਲਿਸਟ ਤੇ ਪਈਆਂ ਰਹੀਆਂ, ਔਰ ਉਹਦੇ ਨਾਲ 24,000 ਲੋਕ ਹੋਰ ਨੇਗੇ ਜਿਹੜੇ ਲੋਕਾਂ ਨੂੰ, ਕਿਉਂਕਿ ਅਸੀਂ ਜਿਹੜੇ ਦੌਰ ਚੋਂ ਗੁਜ਼ਰ ਰਹੇ ਹਾਂ ਉਹਨਾਂ ਨੂੰ ਕਿਸੇ ਨੇ ਰੈਫਰ ਨਹੀਂ ਕੀਤਾ ਕਿਉਂਕਿ ਉਸ ਤਰ੍ਹਾਂ ਦੀ ਸਰਵਿਸ ਅਵੇਲੇਬਲ ਨਹੀਂ ਸੀਗੀਆਂ। ਤਾਂ ਕੁੱਲ ਮਿਲਾ ਕੇ ਇਹ 30 ਤੇ 24 ਆਲਮੋਸਟ ਇਹ 55-53,000 ਲੋਕ ਨੇਗੇ ਜਿਨ੍ਹਾਂ ਦੀਆਂ ਸਰਜਰੀ ਜਿਹੜੀਆਂ ਪੋਸਟਪੋਨ ਜਾਂ ਪਿੱਛੇ ਡਿਲੇ ਹੋ ਚੁੱਕੀਆਂ। ਤਾਂ ਉਹਦੇ ਵਾਸਤੇ ਸਰਕਾਰ ਨੇ ਕੱਲ ਵਚਨਬੱਧਤਾ ਦਿੱਤੀ ਹੈ ਕਿ ਅਸੀਂ ਜਿਵੇਂ COVID-19 ਨਾਲ ਫਾਈਟ ਕੀਤੀ ਹੈ ਉਸੇ ਤਰੀਕੇ ਨਾਲ ਅਸੀਂ ਇਸ ਇਸ਼ੂ ਬਾਰੇ ਫਾਈਟ ਕਰਾਂਗੇ ਔਰ ਹੈਲਥ ਕੇਅਰ ਸਿਸਟਮ ਨੂੰ ਤਿਆਰ ਕਰਾਂਗੇ। ਔਰ ਉਹਨਾਂ ਨੇ ਜਿਹੜੀ ਟਾਰਗੇਟ ਲਾਈਨ ਦਿੱਤੀ ਹੈ ਉਹ ਇਹ ਹੈ ਜੀ ਕਿ 17 ਤੋਂ 24 ਮਹੀਨਿਆਂ ਦੇ ਵਿੱਚ ਜਿਹੜੀਆਂ ਇਹ ਸਰਜਰੀ ਨੇ, ਬੈਕਲੌਗ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ BC ਦੇ ਹੈਲਥ ਕੇਅਰ ਸਿਸਟਮ ਨੂੰ ਅੱਜ ਤੱਕ ਕਦੇ ਫੇਸ ਨਹੀਂ ਕਰਨਾ ਪਿਆ, ਉਸ ਨੂੰ ਖਤਮ ਕੀਤਾ ਜਾਊਗਾ ਜੀ 17 ਤੋਂ 24 ਮਹੀਨਿਆਂ ਦੇ ਵਿੱਚ। ਜੀ ਬਿਲਕੁਲ 2 ਸਾਲ ਦਾ ਸਮਾਂ ਦਿੱਤਾ ਗਿਆ ਉਹਨਾਂ ਵੱਲੋਂ। ਤੇ ਮਿਸਟਰ ਬਰਾੜ, ਇੱਕ ਹੋਰ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉਹ ਇਹ ਹੈ ਕਿ ਹੇਟ ਕ੍ਰਾਈਮਸ ਦੇ ਵਿੱਚ ਵਾਧਾ ਹੋ ਰਿਹਾ ਹੈਗਾ। ਏਸ਼ੀਅਨਸ ਦੇ ਉੱਤੇ ਜਿਹੜੇ ਹੇਟ ਕ੍ਰਾਈਮ ਹੈਗੇ ਆ, ਜਿਹੜੇ ਹਮਲੇ, ਨਸਲੀ ਹਮਲੇ ਆ, ਉਹ ਕੀਤੇ ਜਾ ਰਹੇ ਹੈਗੇ ਆ। ਸੋ ਪ੍ਰੀਮੀਅਰ ਨੇ ਇਹਦੇ ਬਾਰੇ ਵੀ ਕਿਹਾ ਕਿ BC ਦੇ ਵਿੱਚ ਉਹਨਾਂ ਹਮਲਿਆਂ ਦੀ ਕੋਈ ਜਗ੍ਹਾ ਨਹੀਂ ਹੈਗੀ। ਪਰ ਜੇ ਅਸੀਂ RCMP ਦੀ ਮੰਨੀਏ ਤਾਂ ਉਹਨਾਂ ਦੇ ਮੁਤਾਬਿਕ ਪਿਛਲੇ ਸਾਲ, ਪੂਰੇ ਸਾਲ ਦੇ ਵਿੱਚ 12 ਹੇਟ ਕ੍ਰਾਈਮ ਜਿਹੜੇ ਰਿਪੋਰਟ ਕੀਤੇ ਗਏ ਸੀ, ਪਰ ਹੁਣ ਇਹਨਾਂ 6 ਮਹੀਨਿਆਂ ਦੇ ਵਿੱਚ ਹੀ, 5 ਮਹੀਨਿਆਂ ਦੇ ਵਿੱਚ ਹੀ ਕਹਿ ਲਓ ਕਿ 20 ਹੇਟ ਕ੍ਰਾਈਮ ਉਹਨਾਂ ਨੇ ਰਿਪੋਰਟ ਕੀਤੇ ਹੈਗੇ। ਸੋ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਜੀ ਬਿਲਕੁਲ ਜੀ, ਜਿਹੜੀ ਪ੍ਰੀਮੀਅਰ ਹੌਰਗਨ ਸਾਹਿਬ ਨੇ ਕਿਹਾ ਜਾਂ ਸਾਡੀ ਸਰਕਾਰ ਹੈ, ਮੈਂ ਸਮਝਦਾ ਵੀ ਜਿੱਥੋਂ ਤੱਕ ਜਿਹੜੀ ਸਾਡੀ ਲੈਜਿਸਲੇਚਰ ਹੈ ਜਿਹਦੇ ਵਿੱਚ ਗ੍ਰੀਨ ਪਾਰਟੀ ਦੇ ਮੈਂਬਰ ਵੀ ਆਉਂਦੇ ਆ ਤੇ ਲਿਬਰਲ ਪਾਰਟੀ ਦੇ ਮੈਂਬਰ ਵੀ ਆਉਂਦੇ ਆ, ਮੈਂ ਸਮਝਦਾ ਕਿ ਸਾਡੀ ਕਲੈਕਟਿਵ ਸੋਚ ਹੈ ਕਿ BC ਦੇ ਵਿੱਚ ਜਿਹੜਾ ਰੇਸਿਜ਼ਮ ਨੂੰ ਕੋਈ ਥਾਂ ਨਹੀਂ ਹੈ। ਇਹ ਸਿਰਫ ਇਕੱਲੀ ਇਹ ਨਹੀਂ ਕਿ ਅਸੀਂ ਸੋਚ ਕਰ ਰਹੇ ਹਾਂ, ਅਸੀਂ ਜਿਹੜੀਆਂ ਉਸ ਤਰ੍ਹਾਂ ਦੇ ਜਿਹੜੀਆਂ ਪਾਲਿਸੀ ਲਾ ਵੀ ਬਣਾ ਕੇ ਪੇਸ਼ ਕਰ ਰਹੇ ਹਾਂ। ਔਰ ਜਿਹੜਾ ਜੋ ਗਲੋਬਲ ਕਮੈਂਟਰੀ ਚੱਲੀ ਹੈ ਸਾਡੇ ਆਲੇ ਦੁਆਲੇ ਮੁਲਕਾਂ ਦੇ ਵਿੱਚ ਆਪਾਂ ਹਰ ਰੋਜ਼ ਸੁਣਦੇ ਹਾਂ, ਉਹਦੇ ਵਿੱਚ ਜਿਹੜਾ ਰੇਸਿਜ਼ਮ ਨੂੰ ਉਭਾਰ ਮਿਲਿਆ ਬਹੁਤ ਸਾਰੇ ਲੋਕਾਂ ਨੂੰ, ਜਿਹੜਾ ਉਹਦਾ ਇੰਪੈਕਟ ਅਸੀਂ ਦੇਖ ਰਹੇ ਹਾਂ ਸਾਰੇ ਮੁਲਕਾਂ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਦੇਖ ਰਹੇ ਹਾਂ, BC ਦੇ ਵਿੱਚ ਵੀ ਦੇਖ ਰਹੇ ਹਾਂ। ਔਰ ਇੱਥੇ ਸਾਡੇ ਲਈ ਕੋਈ ਜ਼ੀਰੋ ਟੋਲਰੈਂਟ ਉਹਦੇ ਵਾਸਤੇ ਹੈਗੀ। ਉਹਦੇ ਵਾਸਤੇ ਮੈਂ ਤੁਹਾਨੂੰ ਦੱਸਾਂ ਅਸੀਂ ਜਿਹੜੇ ਐਕਸ਼ਨ ਲੈ ਚੁੱਕੇ ਹਾਂ। ਪਹਿਲਾ ਐਕਸ਼ਨ ਤਾਂ ਹੈਗਾ ਕਿ BC ਦੇ ਵਿੱਚ ਜਿਹੜਾ ਹੈਗਾ ਅਸੀਂ ਹਿਊਮਨ ਰਾਈਟਸ ਕਮਿਸ਼ਨ ਨੂੰ ਉਹ ਦੁਬਾਰਾ ਫੁੱਲ ਫਲੈਸ਼ ਰਿਸਟੋਰ ਕਰ ਚੁੱਕੇ ਹਾਂ। ਜੋ ਉਹ ਕਮਿਸ਼ਨ ਇੱਕ ਐਸੀ ਚੀਜ਼ ਹੈ ਕਿ ਜਿੱਥੇ ਅਦਰਵਾਈਜ਼ ਜੇ ਤੁਹਾਡੇ ਨਾਲ ਕੋਈ ਰੇਸਿਜ਼ਮ ਹੋਇਆ ਤਾਂ ਤੁਸੀਂ ਕੋਰਟ ਦਾ ਦਰਵਾਜ਼ਾ ਖੜਕਾਓ, ਵਕੀਲ ਕੋਲੇ ਜਾਓ, ਤੁਹਾਡਾ ਖਰਚਾ ਹੋਊਗਾ ਵਗੈਰਾ ਵਗੈਰਾ ਵਗੈਰਾ। ਪਰ ਹਿਊਮਨ ਰਾਈਟਸ ਕਮਿਸ਼ਨ ਇੱਕ ਐਸੀ ਬੋਡੀ ਹੈ ਜਿਹਦੇ ਕੋਲੇ ਤੁਸੀਂ ਜਾ ਕੇ ਆਪਣੀ ਕੰਪਲੇਂਟ ਜੇ ਕਰਦੇ ਹੋ ਤਾਂ ਉਹ ਤੁਹਾਡੇ ਬਿਹਾਫ ਦੇ ਉੱਤੇ ਇਨਵੈਸਟੀਗੇਸ਼ਨ ਕਰਦਾ ਤੇ ਕਰਕੇ ਜਿਹੜਾ ਹੈਗਾ ਉਸ ਵਿਅਕਤੀ ਨੂੰ ਕਟਹਿਰੇ 'ਚ ਖੜਾ ਕਰਕੇ ਉਹਨੂੰ ਬਣਦੀ ਸਜ਼ਾ ਉਹ ਦਵਾ ਸਕਦੇ। ਤਾਂ ਉਹ ਹੈਗਾ। ਉਸ ਤੋਂ ਇਲਾਵਾ ਜਿਹੜੀ ਹੈਗੀ ਹੈ ਅਸੀਂ ਆਪਣਾ ਸੂਬੇ ਪੱਧਰ ਦੇ ਉੱਤੇ ਇੱਕ ਨਵੀਂ ਟੋਟਲ ਕੰਸਲਟੇਸ਼ਨ ਵੀ ਕਰਕੇ ਹਟੇ ਹਾਂ ਪਿੱਛੇ ਜੇ ਕੋਈ 7-8 ਮਹੀਨੇ ਪਹਿਲਾਂ, ਤਾਂ ਕਿ ਉਹਦੇ ਮੁਤਾਬਕ ਜਿਹੜਾ ਹੈਗਾ ਲੋਕਾਂ ਦੀ ਕੀ ਸੋਚ ਹੈ ਔਰ ਉਹਦੇ ਮੁਤਾਬਕ ਜਿਹੜੀਆਂ ਪਾਲਿਸੀ ਹੈਗੀਆਂ ਉਹ ਬਣ ਰਹੀਆਂ। ਕੁੱਲ ਮਿਲਾ ਕੇ ਸੂਬਾ ਸਰਕਾਰ ਵੱਲੋਂ ਇਹਦੇ ਪ੍ਰਤੀ ਜ਼ੀਰੋ ਟੋਲਰੈਂਸ ਹੈ
ਔਰ ਉਹਦੇ ਵਾਸਤੇ ਜਿਹੜੇ ਸਾਧਨ ਨੇ ਜੇ ਕਿਤੇ ਲੋੜ ਹੈ ਉਹ ਵੀ ਪ੍ਰੋਵਾਈਡ ਕੀਤੇ ਜਾਣਗੇ। ਪਰ BC ਦੇ ਵਿੱਚ ਜਿਹੜਾ ਰੇਸਿਜ਼ਮ ਨਾਲ ਸੰਬੰਧਿਤ ਜਿਹੜਾ ਹੈਗਾ ਵਾਇਲੈਂਸ ਹੋ ਰਹੀ ਹੈ ਉਹ ਬਿਲਕੁਲ ਜਿਹੜੀ ਹੈਗੀ ਆ ਉਹ ਟੋਲਰੇਟ ਨਹੀਂ ਕੀਤੀ ਜਾਏਗੀ। ਲਾਸਟ ਦੇ ਉੱਤੇ ਮਿਸਟਰ ਬਰਾੜ, ਜਿੱਦਾਂ ਮੈਂਟਲ ਹੈਲਥ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹੈਗੀਆਂ ਨੇ, ਕਿਉਂਕਿ ਲੋਕ ਘਰਾਂ ਦੇ ਵਿੱਚ ਸੀ, ਬਿਜ਼ਨਸ ਜਿਨ੍ਹਾਂ ਦੇ ਚਲੇ ਗਏ ਆ, ਜੌਬਸ ਚਲੀਆਂ ਗਈਆਂ ਨੇ, ਉਹਦੇ ਲਈ BC ਸਰਕਾਰ ਵੱਲੋਂ ਨੰਬਰਸ ਜਿਹੜੇ ਨੇ ਉਹ ਦਿੱਤੇ ਗਏ ਨੇ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹ ਇਹਨਾਂ ਫੋਨ ਲਾਈਨਸ ਦੇ ਉੱਤੇ ਕਾਲ ਕਰਕੇ ਸੰਪਰਕ ਕਰ ਸਕਦਾ ਹੈਗਾ ਹੈ ਤੇ ਹੈਲਪ ਲੈ ਸਕਦਾ ਹੈ। ਸੋ ਕੀ ਜਿਹੜਾ BC ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ? ਹਾਂਜੀ, ਉਹਦੇ ਬਾਰੇ ਮੈਂ ਪਹਿਲੀ ਗੱਲ ਤੇ ਇਹ ਕਹਿਣੀ ਚਾਹੁੰਦਾ ਕਿ ਜਿਹੜੀ ਹੈਗੀ ਹੈ ਮੈਂਟਲ ਹੈਲਥ ਨੂੰ ਕਿਸੇ ਹੱਦ ਤੱਕ ਅਸੀਂ ਸਮਾਜਿਕ ਤੌਰ ਦੇ ਉੱਤੇ ਵੀ ਇਹ ਇੰਨੀ ਗੰਭੀਰ ਹੈ। ਜਦੋਂ ਅਸੀਂ ਸਮਾਜ ਨੂੰ ਪਾਰਸ਼ਲੀ ਬੰਦ ਕੀਤਾ ਹੋਇਆ, ਲੋਕਾਂ ਦੀਆਂ ਜਿਹੜੀਆਂ ਗਤੀਵਿਧੀਆਂ ਦੇ ਉੱਤੇ ਜਿਹੜਾ ਹੈਗਾ ਪਾਬੰਦੀਆਂ ਲੱਗੀਆਂ ਹੋਈਆਂ, ਇਹ ਬਹੁਤ ਵੱਡਾ ਜਿਹੜਾ ਹੈਗਾ ਜਿਹੜਾ ਅੰਦਰ ਸੁਲਗਦਾ ਇੱਕ ਇਸ਼ੂ ਹੈ, ਜਿਹੜਾ ਇੱਕ ਬਹੁਤ ਵੱਡਾ ਮਿਸਾਲ ਦੇ ਤੌਰ ਦੇ ਉੱਤੇ ਮੈਂ ਤੁਹਾਨੂੰ ਦੇਵਾਂ ਮਿਸਾਲ ਕਿ ਵੀ ਮੈਂ ਲੱਭ ਵੀ ਲਵਾਂ ਨੰਬਰ ਜੀ ਜਿਨ੍ਹਾਂ ਜਿਹੜੇ ਪੇਰੈਂਟਸ ਨੇ ਜੀ, ਜਿਨ੍ਹਾਂ ਦੇ ਕੋਲੇ ਇੱਕੋ ਸੈਕਿੰਡ ਮਿੰਟ ਇਟ ਲੁਕਸ ਮੇਰੇ ਕੋਲ ਨੰਬਰ ਸੀਗਾ ਇੱਥੇ ਹੁਣੇ, ਜਿਨ੍ਹਾਂ ਪੇਰੈਂਟਸ ਦੇ ਸਪੈਸ਼ਲ ਨੀਡ ਬੱਚੇ ਹੈ ਜੀ, ਉਹਨਾਂ ਬੱਚਿਆਂ ਨੂੰ ਜਿਹੜੇ ਹੈਗੇ, ਮੇਰੇ ਵੀ ਯੰਗ ਬੱਚੇ ਹੈ ਜੀ, ਪਰ ਜਿਹੜੇ ਹੈਗੇ ਆ ਜਿਹੜੇ ਪੇਰੈਂਟਸ ਦੇ ਸਪੈਸ਼ਲ ਨੀਡ ਬੱਚੇ ਆ, ਤੁਸੀਂ ਨਾਰਮਲ ਬੱਚਿਆਂ ਨੂੰ ਘਰੇ ਰੱਖਣਾ ਇਸ ਵੇਲੇ ਔਖਾ ਹੋ ਗਿਆ, ਬਹੁਤ ਔਖਾ ਹੋ ਗਿਆ। ਬਿਲਕੁਲ। ਤੇ ਉਹ ਇੰਨਾ ਕਈ ਵਾਰੀ ਤੁਹਾਨੂੰ ਹੈਂਡਲ ਕਰਨੇ ਔਖੇ ਹੋ ਜਾਂਦੇ ਆ। ਪਰ ਜਿਹੜਾ ਬੱਚਾ ਸਪੈਸ਼ਲ ਨੀਡ ਹੈ, ਜਿਹਨੂੰ ਪਤਾ ਨਹੀਂ ਹੈ ਕਿਸੇ ਨੂੰ ਔਟਿਜ਼ਮ ਹੈ ਜਾਂ ਹੋਰ ਹੈ, ਉਹਨਾਂ ਬੱਚਿਆਂ ਨੂੰ ਸਾਂਭਣਾ ਬਹੁਤ ਔਖਾ। ਉਹ ਬੱਚੇ ਦੀ ਸਮੱਸਿਆ ਤਾਂ ਹੈ, ਪੇਰੈਂਟਸ ਦੀ ਉਦੋਂ ਵੀ ਵੱਡੀ ਹੈ ਨਾ। ਤੇ ਇਸ ਕਰਕੇ ਉਹਨਾਂ ਨੂੰ ਮਦਦ ਮਿਲਣੀ, ਉਹਨਾਂ ਨੂੰ ਅਸੀਂ ਜਿਹੜਾ ਹੁਣ ਸਕੂਲਾਂ ਦੇ ਵਿੱਚ ਦੁਬਾਰਾ ਅਲਾਉ ਕੀਤਾ। ਔਰ ਇਸੇ ਤਰੀਕੇ ਨਾਲ ਬਜ਼ੁਰਗ ਨੇ ਸਾਡੇ, ਜਾਂ ਸਾਡਾ ਯੂਥ ਹੈ, ਖਾਸ ਕਰਕੇ ਯੂਥ ਜਿਹੜਾ ਹੈਗਾ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ, ਉਹੀ ਜਿਹੜੇ ਟੀਨੇਜਰ ਨੇ ਸਾਡੇ, ਉਹਨਾਂ ਦੀ ਲਾਈਫ ਜਿਹੜੀ ਜਾਂ ਸਟੂਡੈਂਟ ਵਿਦਿਆਰਥੀ ਨੇ ਕਾਲਜਾਂ ਦੇ, ਉਹਨਾਂ ਦੀ ਐਕਚੁਅਲੀ ਲਾਈਫ ਦੇ ਵਿੱਚ ਜਿਹੜਾ ਸਰਕਲ ਹੈ ਉਹ ਯੰਗ ਲੋਕਾਂ ਦਾ ਹੀ ਹੈ। ਪਰਿਵਾਰ ਦੂਜੇ ਨੰਬਰ ਤੇ ਹੋ ਜਾਂਦਾ। ਇਸ ਕਰਕੇ ਉਹਨਾਂ ਨੂੰ ਮਦਦ ਕਰਨੀ ਬੜੀ ਜ਼ਰੂਰੀ ਹੈ ਜੀ। ਉਹਦੇ ਵਿੱਚ ਨੰਬਰ ਮੈਂ ਤੁਹਾਨੂੰ ਦੇਣ ਲੱਗਿਆ, ਨੰਬਰ ਹੈਗੇ ਜੀ ਜਿਹੜਾ ਮੈਂਟਲ ਹੈਲਥ ਸਪੋਰਟ ਲਾਈਨ ਹੈਗੀ ਆ, ਉਹ ਹੈਗਾ ਜੀ 3106-789। ਇਸੇ ਤਰੀਕੇ ਨਾਲ ਜਿਹੜੀ ਡਿਸਟ੍ਰੈਸ ਜਾਂ ਸੁਸਾਈਡਲ ਕੋਈ ਵਿਅਕਤੀ ਹੋਵੇ, ਉਹਦੇ ਪ੍ਰਤੀ ਜਿਹੜੀ ਹੈਲਪਲਾਈਨ ਹੈਗੀ ਜੀ 1807842433 1-800-784-2433। ਜੇ ਕੋਈ ਫੈਮਿਲੀ ਵਾਇਲੈਂਸ ਹੈਗੀ ਹੈ ਜੀ, ਉਹਦੇ ਪ੍ਰਤੀ ਜਿਹੜੀ ਹੈਲਪਲਾਈਨ ਹੈਗੀ ਜੀ 1800-563-0808 1-800-563-0808 ਜੀ। ਇਸੇ ਤਰੀਕੇ ਨਾਲ ਜਿਹੜੀ ਹੈਲਥਲਾਈਨ ਹੈ ਜੀ, ਕਿਸੇ ਨੂੰ ਜਿਹੜਾ ਕੋਈ ਵੀ ਕੁਐਸਚਨ ਹੈਗਾ ਜਾਂ COVID-19 ਪ੍ਰਤੀ ਕੋਈ ਕੁਐਸਚਨ ਹੈਗਾ, ਉਹ ਹੈਗਾ ਜੀ 811 ਕੀਤਾ ਜਾ ਸਕਦਾ। ਜੇ ਕੋਈ ਬਜ਼ੁਰਗਾਂ ਦੀ ਸਮੱਸਿਆ ਹੈਗੀ ਹੈ ਜੀ, ਬਜ਼ੁਰਗਾਂ ਵਾਸਤੇ ਜਿਹੜੀ ਹੈਲਪਲਾਈਨ ਇੱਕ ਸਪੈਸ਼ਲ ਤਿਆਰ ਕੀਤੀ ਗਈ, ਉਹ ਹੈਗੀ ਜੀ 211। ਇਸੇ ਤਰੀਕੇ ਨਾਲ ਜਿਹੜੀ ਐਡਿਕਸ਼ਨ ਸਰਵਿਸ ਦੀ ਕਿਸੇ ਨੂੰ ਪ੍ਰੋਬਲਮ ਹੈਗੀ ਹੈ ਜੀ, ਐਡਿਕਸ਼ਨ ਕਿਸੇ ਬੱਚੇ ਨੂੰ ਹੈ, ਨੌਜਵਾਨ ਨੂੰ ਹੈ, ਘਰ ਦੇ ਵਿੱਚ ਹੈ, ਉਹ ਹੈਗਾ ਜੀ ਨੰਬਰ 604-660-9382 604-660-9382। ਇਹ ਜਿਹੜਾ ਲਾਸਟ ਹੈਗਾ ਜੀ ਬੱਚਿਆਂ ਵਾਸਤੇ ਜਿਹੜੀ ਇੱਕ ਹੈਲਪਲਾਈਨ ਹੈਗੀ, ਕਿਡਸ ਹੈਲਪਲਾਈਨ, ਉਹ ਹੈਗਾ ਜੀ ਨੰਬਰ 1-800-668-6868 1800-668-6868। ਇਹ ਹੈਗਾ ਜੀ। COVID-19 ਬਾਰੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਤਾਂ ਸਿੰਪਲੀ ਜਿਹੜਾ COVID-19 ਡੈਸ਼ ਜਿਹੜੀ ਹੈਗੀ ਆ, ਉਹ ਕਰਕੇ ਤੁਸੀਂ ਜੇ ਇਨਫੋਰਮੇਸ਼ਨ ਪਾ ਦਿੰਦੇ ਹੋ ਆਪਣੇ ਤੇ ਗੂਗਲ ਦੇ ਉੱਤੇ, ਤਾਂ ਉਹ ਜਿਹੜੀ ਵੈਬਸਾਈਟ ਖੁੱਲ ਜਾਂਦੀ, ਉੱਥੇ ਸਾਰੇ ਰਿਸੋਰਸ ਜਿਹੜੇ ਉਹ ਹੈਗੇ। ਬਿਲਕੁਲ ਮਿਸਟਰ ਬਰਾੜ, ਥੈਂਕ ਯੂ। ਤੁਸੀਂ ਅਪਡੇਟ ਦਿੰਦੇ ਹੈਗੇ ਆ ਸਾਨੂੰ ਐਵਰੀ ਵੀਕ ਦੱਸ ਦਿਓ ਕਿ ਕੀ ਕੁਝ ਹੋ ਰਿਹਾ ਪ੍ਰੋਵਿੰਸ ਦੇ ਵਿੱਚ। ਸੋ ਅੱਜ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਥੈਂਕ ਯੂ। ਸਟੇ ਸੇਫ ਐਟ ਹੋਮ। ਤੁਹਾਡਾ ਬਹੁਤ ਸ਼ੁਕਰੀਆ ਜੀ। ਤੁਹਾਡੇ ਦਰਸ਼ਕਾਂ ਦਾ ਬਹੁਤ ਮਿਹਰਬਾਨੀ, ਤੇ TV ਪ੍ਰੋਗਰਾਮ ਦਾ ਬਹੁਤ ਸ਼ੁਕਰੀਆ। ਥੈਂਕ ਯੂ ਜੀ। तो ਅੱਜ ਗੱਲਬਾਤ ਕੀਤੀ ਗਈ ਮਿਸਟਰ ਜਗਰੂਪ ਬਰਾੜ ਦੇ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ BC ਦੇ ਵਿੱਚ ਕੀ ਕੁਝ ਖੁੱਲਣ ਵਾਲਾ ਹੈਗਾ। ਪਰ ਇੱਕ ਗੱਲ ਇੱਥੇ ਕਲੀਅਰ ਹੈਗੀ ਹੈ ਕਿ ਪੂਰੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਹੀ ਇਕਨੋਮੀ ਨੂੰ ਅੱਗੇ ਖੋਲਿਆ ਜਾਵੇਗਾ। ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਸਾਂਝਾ TV। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।